ਬਹੁਤ ਬਹੁਤ ਸਾਰਿਆਂ ਦਾ ਸਵਾਗਤ ਹੈ ਜੀ। ਜਿਸ ਤਰ੍ਹਾਂ ਅਸੀਂ ਪੜ੍ਹਨੇ ਆ ਜੀਵਨੀ ਬਾਬਾ ਦੀਪ ਸਿੰਘ ਜੀ ਦੀ, ਹਰੀ ਸਿੰਘ ਨਲਵਾ ਜਿਹੜੇ ਹੋਏ ਨੇ, ਸਾਰੇ ਸ਼ਹੀਦ ਸਿੰਘ ਹੋਏ ਨੇ ਜਾਂ ਜਿਨ੍ਹਾਂ ਨੇ ਬੜੀਆਂ ਕੁਰਬਾਨੀਆਂ ਕੀਤੀਆਂ ਨੇ, ਜਿਨ੍ਹਾਂ ਨੇ ਜੀਵਨ ਵਿੱਚ ਬਹੁਤ ਕੁਝ ਕੀਤਾ, ਤੇ ਉਹ ਹੁਣ ਸਮਝ ਆਉਂਦੀ ਹੈ ਕਿ ਉਹ ਕੀ ਚੀਜ਼ ਹੈ ਔਰ ਉਹਨਾਂ ਨੇ ਕਿੰਨੀ ਕਿੰਨੀ ਸਾਧਨਾ ਕੀਤੀ ਹੈ। ਮਤਲਬ ਅਗਰ ਤੁਸੀਂ ਜਾ ਕੇ ਦਮਦਮਾ ਸਾਹਿਬ ਦੇਖੋ ਤੇ ਬਾਬਾ ਦੀਪ ਸਿੰਘ ਜੀ ਦਾ ਭੋਰਾ ਬਣਿਆ ਹੋਇਆ, ਜਿੱਥੇ ਉਹ 40 ਦਿਨ ਇੱਕ ਮਟਕਾ ਪਾਣੀ ਦਾ ਔਰ ਇੱਕ ਮਟਕਾ ਚਨੇ ਭੁੱਜੇ ਹੋਏ ਲੈ ਕੇ ਬੈਠਦੇ ਸੀ ਤੇ 40 ਦਿਨ ਸਾਧਨਾ ਕਰਦੇ ਸੀ। ਤੇ ਤਾਂ ਕਿਤਨੀ ਅਵਸਥਾ ਉਹਨਾਂ ਨੇ ਪ੍ਰਾਪਤ ਕੀਤੀ, ਭਾਈ ਕਨਈਆ ਜੀ ਨੇ, ਜਿਹਦਾ ਵੀ ਨਾਮ ਲਓ। ਤੇ ਉਸ ਹਿਸਾਬ ਨਾਲ ਮੈਂ ਵੀ ਸੋਚਨੀ ਆ ਕਿ ਗੱਲ ਤੇ ਕਰ ਲਈ ਦੀ ਹੈ ਸਾਰੇ ਗੁਰੂਆਂ ਦੀ ਵੀ, ਸਿੰਘਾਂ ਦੀ ਵੀ, ਜਿਨ੍ਹਾਂ ਨੇ ਕਮਾਈਆਂ ਕੀਤੀਆਂ, ਪਰ ਦੇਖਿਆ ਜਾਏ ਤੇ ਕੁਛ ਨਹੀਂ ਕੀਤਾ। ਅਸੀਂ ਪਿਛਲਾ ਨਹੀਂ ਪਤਾ, ਐਸ ਜਨਮ ਤੇ ਕੋਈ ਇਹੋ ਜਿਹੀ ਕਮਾਈ ਨਹੀਂ ਕੀਤੀ ਦਿਨ ਰਾਤ ਇੱਕ ਕਰਕੇ ਵੀ ਅਸੀਂ ਰੱਬ ਨੂੰ ਪਾਣਾ, ਬਸ ਆ ਗਿਆ ਸਭ ਕੁਝ। ਤੇ ਸੌਖਾ ਰਸਤਾ ਵੀ ਸੌਖਾ ਮਿਲ ਗਿਆ, ਕੋਈ ਰਸਤਾ ਵੀ ਔਖਾ ਨਹੀਂ ਮਿਲਿਆ, ਘਰ ਬੈਠੇ ਬੈਠੇ ਜੋ ਮਰਜ਼ੀ ਕਰੋ। ਤੇ ਅੱਜ ਦਾ ਜਿਹੜਾ ਮੈਂ ਟੌਪਿਕ ਲਿਆ, ਉਹ ਟੌਪਿਕ ਸਾਰੇ ਅਸਲ ਚ ਦੇਖਿਆ ਜਾਏ ਨਾ ਤੇ ਇੱਕ ਦੂਸਰੇ ਨਾਲ ਜੁੜੇ ਹੋਏ ਨੇ। ਕੋਈ ਇਹ ਨਹੀਂ ਕਿ ਇਹ ਬੜਾ ਨਵਾਂ ਟੌਪਿਕ ਹੈ, ਇਹ ਬਹੁਤ ਵਧੀਆ ਟੌਪਿਕ, ਸਾਰੇ ਟੌਪਿਕ ਵਧੀਆ ਨੇ। ਔਰ ਪਤਾ ਨਹੀਂ ਕਿਉਂ ਮੈਂ ਵੀ ਹੁਣ ਤੱਕ ਗੁਰਬਾਣੀ ਵੀ ਪੜ੍ਹਦੀ ਰਹੀ, ਸੁਣਾਉਂਦੀ ਵੀ ਰਹੀ, ਸੁਣਦੀ ਵੀ ਰਹੀ, ਨੱਚਦੇ ਭੱਜਦੇ ਵੀ ਰਹੇ, ਬਚਪਨ ਤੋਂ ਲੈ ਕੇ ਕੁਝ ਸਮਝ ਨਹੀਂ ਸੀ ਆਂਦਾ, ਕਿਉਂਕਿ ਸਾਡੇ ਘਰ ਦਾ ਮਾਹੌਲ ਐਸਾ ਸੀ ਤੇ ਮੰਮੀ ਡੈਡੀ ਸਾਨੂੰ ਲੈ ਜਾਂਦੇ ਸੀ, ਉੱਥੇ ਜਾ ਕੇ ਅਸੀਂ ਚਾਹੇ ਸੋ ਜਾਂਦੇ ਸੀ, ਬੱਚੇ ਸੀ ਸੋ ਜਾਂਦੇ ਸੀ, ਪਰ ਬਸ ਉਹ ਸਭ ਕੁਝ ਕਹਿੰਦੇ ਨੇ ਕਿ ਉਹ ਸੰਸਕਾਰ ਬਣ ਜਾਂਦੇ ਨੇ। ਉਹ ਮਾਂ-ਬਾਪ ਨੂੰ ਲੱਗਦਾ ਹੈ ਕਿ ਬੱਚਾ ਸੋ ਗਿਆ ਜਾਂ ਨਹੀਂ ਸਮਝ ਰਿਹਾ, ਪਰ ਜਿਨ੍ਹਾਂ ਲੋਕਾਂ ਨੂੰ ਸਮਝ ਹੁੰਦੀ ਹੈ ਉਹ ਫਿਰ ਵੀ ਬੱਚਿਆਂ ਨੂੰ ਲੈ ਕੇ ਜਾਂਦੇ ਨੇ ਕਿ ਹੌਲੀ ਹੌਲੀ ਇਹਨਾਂ ਨੂੰ ਸਮਝ ਆਏਗੀ, ਇਹਨਾਂ ਦੇ ਸੰਸਕਾਰ ਬਣਨਗੇ ਔਰ ਆਪੇ ਜਿਸਲੇ ਵੱਡੇ ਹੋਣਗੇ ਤੇ ਇਹਨਾਂ ਨੂੰ ਇਸ ਚੀਜ਼ ਦਾ ਪਤਾ ਚੱਲੇਗਾ। ਅੱਜ ਕੱਲ ਅਸੀਂ ਜਿਹੜੇ ਟੌਪਿਕ ਸੁਣਨੇ ਆ, ਅੱਜ ਕੱਲ ਮੈਨੂੰ ਬਹੁਤ ਮਜ਼ਾ ਆਉਂਦਾ ਇਸ ਚੀਜ਼ ਦਾ। ਮੈਨੂੰ ਪਤਾ ਨਹੀਂ ਕੌਣ ਕਰਾ ਜਾਂਦਾ, ਕੌਣ ਜੋੜ ਜਾਂਦਾ ਕੜੀਆਂ, ਔਰ ਕੌਣ ਸਮਝਾ ਜਾਂਦਾ, ਕੌਣ ਦੱਸ ਜਾਂਦਾ, ਮੈਨੂੰ ਨਹੀਂ ਪਤਾ। ਇਸ ਵਾਸਤੇ ਮੈਨੂੰ ਤੁਸੀਂ ਜਿਸ ਵੇਲੇ ਕਹਿੰਦੇ ਨਾ ਜੱਸੀ ਮੈਡਮ ਨੇ ਸ਼ੇਅਰ ਕੀਤਾ, ਜੱਸੀ ਮੈਡਮ ਨੇ ਕੁਝ ਨਹੀਂ ਕੀਤਾ, ਇੱਕ ਪਾਈਪ ਆਉਂ ਮੈਂ, ਤੇ ਜੋ ਉਹਦੇ ਚ ਆਉਂਦਾ ਆ ਜਾਂਦਾ। ਤੇ એનર્ਜੀ ਆਫ ਬਿਲੀਫ, ਵਿਸ਼ਵਾਸ ਦੀ ਸ਼ਕਤੀ, ਉਹਦੀ ਊਰਜਾ ਕੀ ਹੈ ਵਿਸ਼ਵਾਸ ਦੀ। ਅਸੀਂ ਬਹੁਤ ਵਰਕਸ਼ਾਪ ਅਟੈਂਡ ਕਰਨੇ ਆ ਅੱਜ ਕੱਲ, ਇਹਦੇ ਤੇ ਬਹੁਤ ਵਰਕਸ਼ਾਪ ਹੁੰਦੀਆਂ ਨੇ એનર્ਜੀ ਆਫ ਬਿਲੀਫ ਤੇ, ਬਹੁਤ ਕਿਤਾਬਾਂ ਲਿਖੀਆਂ ਨੇ ਔਰ ਬਹੁਤ ਰਿਸਰਚ ਇਹਦੇ ਤੇ ਹੋਈ ਹੈ। ਤੇ ਸਾਨੂੰ ਲੱਗਦਾ ਬਹੁਤ ਨਵਾਂ ਟੌਪਿਕ ਹੈ ਤੇ ਕਮਾਲ ਦੀ ਗੱਲ ਹੈ, ਲੇਕਿਨ ਮੈਨੂੰ ਤੇ ਹੈਰਾਨੀ ਹੁੰਦੀ ਹੈ, ਤੁਹਾਨੂੰ ਵੀ ਹੋਏਗੀ। ਇਹ ਸਭ ਕੁਝ ਗੁਰਬਾਣੀ ਚ ਲਿਖਿਆ ਹੋਇਆ, ਕੁਝ ਨਵਾਂ ਨਹੀਂ ਹੈ। ਅੱਜ ਦੇ ਸਮੇਂ ਦੇ ਹਿਸਾਬ ਨਾਲ ਅਸੀਂ ਅੰਗਰੇਜ਼ੀ ਜਲਦੀ ਸਮਝ ਆਉਂਦੇ ਆ, ਇੰਗਲਿਸ਼ ਦੇ ਵਰਡ, ਤੇ ਸਾਨੂੰ ਲੱਗਦਾ ਵਾਓ ਹੈ ਤੇ ਬੜੀ ਨਵੀਂ ਚੀਜ਼ ਹੈ। ਨਵੀਂ ਕੁਝ ਨਹੀਂ ਹੈ, ਸਭ ਕੁਝ ਗੁਰਬਾਣੀ ਚ ਲਿਖਿਆ ਹੋਇਆ। ਔਰ ਜੋ ਅਸੀਂ ਸੁਣ ਰਹੇ ਹਾਂ, ਪੜ੍ਹ ਰਹੇ ਹਾਂ, ਅੱਜ ਮੈਂ ਦੇਖਣੀ ਹੈ ਤੇ ਮੈਨੂੰ ਹੱਸੀ ਆਉਂਦੀ ਆਪਣੇ ਆਪ ਤੇ। ਸ਼ਾਇਦ ਅਸੀਂ ਨਰਸਰੀ ਦਾ ਵੀ ਸਿਲੇਬਸ, ਨਰਸਰੀ ਦਾ ਦੇਖ ਕੇ ਖੁਸ਼ ਹੋ ਰਹੇ ਸੀ ਕਿ ਅਸੀਂ ਤਾਂ ਬਹੁਤ ਅੱਗੇ ਪਹੁੰਚ ਗਏ ਹਾਂ, ਲੇਕਿਨ ਜਿਸ ਵੇਲੇ ਗੁਰਬਾਣੀ ਦੀ ਸਮਝ ਆਉਣ ਲੱਗੀ, ਗੁਰਬਾਣੀ ਪੜ੍ਹੀ ਤੇ ਪਤਾ ਚੱਲਿਆ ਅਜੇ ਤੇ ਸ਼ੁਰੂਆਤ ਹੀ ਨਹੀਂ ਹੋਈ। ਤੇ ਅੱਜ ਦਾ ਇਸ ਵੇਲੇ ਮੈਂ ਟੌਪਿਕ ਜਿਹੜਾ ਲਿਆ, એનર્ਜੀ ਆਫ ਬਿਲੀਫ, ਵਿਸ਼ਵਾਸ ਦੀ ਕੀ ਊਰਜਾ ਹੈ। ਹਰ ਚੀਜ਼ ਊਰਜਾ ਹੈ, ਹਰ ਚੀਜ਼ ਦੀ ਊਰਜਾ ਹੈ। ਔਰ ਜਿਸ ਵੇਲੇ ਸਾਨੂੰ ਆਪਣੀ ਊਰਜਾ ਨੂੰ ਚੈਨਲ ਕਰਨਾ ਆ ਜਾਏ, ਫਿਰ ਜ਼ਿੰਦਗੀ ਬਹੁਤ ਚਮਤਕਾਰਿਕ ਹੋ ਜਾਂਦੀ ਹੈ। ਔਰ ਇਹ ਚੀਜ਼ਾਂ ਬਚਪਨ ਚ ਸਿਖਾਈਆਂ ਜਾਣੀਆਂ ਚਾਹੀਦੀਆਂ, ਵੈਸੇ ਇਹ ਸਾਇੰਸ ਪੜ੍ਹਾਈ ਜਾਣੀ ਚਾਹੀਦੀ ਹੈ, ਫਿਰ ਤੇ ਜੀਵਨ ਬਹੁਤ ਹੀ ਚਮਤਕਾਰਿਕ ਹੋ ਜਾਏ। ਫਿਰ ਇੰਨੀ ਮਿਹਨਤ ਨਾ ਕਰਨੀ ਪਵੇ ਉਹਨਾਂ ਚੀਜ਼ਾਂ ਨੂੰ ਬਦਲਣ ਲਈ। ਅੱਜ ਸਾਨੂੰ ਉਹਨਾਂ ਚੀਜ਼ਾਂ ਨੂੰ ਬਦਲਣ ਲਈ ਬਹੁਤ ਮਿਹਨਤ ਕਰਨੀ ਪੈਂਦੀ, ਫਿਰ ਭੁੱਲ ਜਾਈਦਾ, ਫਿਰ ਵਾਪਸ ਉਸੇ ਜਗ੍ਹਾ ਤੇ ਆ ਜਾਈਦਾ, ਫਿਰ ਸ਼ੁਰੂ ਕਰੀਦਾ, ਫਿਰ ਉੱਥੇ ਪਹੁੰਚ ਜਾਈਦਾ। ਇਹੀ ਖੇਲ ਛੁਪਨ ਛੁਪਾਈ ਚਲਦੀ ਰਹਿੰਦੀ ਹੈ। ਤੇ ਮੈਂ ਜਿਸ ਟਾਈਮ ਇਹ ਬੁੱਕ ਵੀ ਪੜ੍ਹੀ ਤੇ ਪਾਠ ਕਰ ਰਹੀ ਸੀ ਸੁਖਮਨੀ ਸਾਹਿਬ ਦਾ, ਤੇ ਇੱਥੇ ਆ ਕੇ ਮੇਰਾ ਜਿਹੜਾ ਰੁਕ ਗਿਆ ਧਿਆਨ, ਜਾ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ, ਜਿਹਦੇ ਹਿਰਦੇ ਵਿੱਚ, ਇੱਥੇ ਹੁਣ ਮਨ ਦੀ ਗੱਲ ਨਹੀਂ ਕੀਤੀ, ਜਾ ਕੇ ਹਿਰਦੇ, ਜਿਹਦੇ ਹਿਰਦੇ ਵਿੱਚ ਵਿਸ਼ਵਾਸ ਆ ਗਿਆ ਪ੍ਰਭੂ ਦੇ ਪ੍ਰਤੀ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਸਾਰੀ ਸਪਿਰਚੁਅਲ ਵਿਜ਼ਡਮ, ਅਧਿਆਤਮਿਕ ਗਿਆਨ ਉਹਦੇ ਮਨ ਵਿੱਚ ਪ੍ਰਗਟ ਹੋ ਗਿਆ। ਦੇਖੋ, ਵਿਸ਼ਵਾਸ ਹਿਰਦੇ ਵਿੱਚ ਆਇਆ ਔਰ ਗਿਆਨ ਜਿਹੜਾ ਮਨ ਵਿੱਚ ਪ੍ਰਗਟ ਹੋਇਆ, ਕਿਉਂਕਿ ਮਨ ਜਿਹੜਾ ਹੈ ਉਹੀ ਸ਼ਬਦਾਂ ਦਾ ਰੂਪ ਦਿੰਦਾ ਹੈ ਸਾਡੇ ਵਿਚਾਰਾਂ ਨੂੰ।
ਜੋ ਵੀ ਅਸੀਂ ਧਿਆਨ 'ਚ ਬੈਠਨੇ ਆ ਔਰ ਸਾਡਾ ਧਿਆਨ ਲੱਗ ਜਾਂਦਾ ਹੈ ਔਰ ਸਾਨੂੰ ਕੋਈ ਸਮਝ ਆਉਂਦੀ ਹੈ એનર્ਜੀ ਦੀ, ਸਾਨੂੰ ਕੋਈ ਮੈਸੇਜ ਮਿਲਦਾ ਹੈ, ਤੇ ਉਹ ਮੈਸੇਜ ਸਮਝਦਾ ਤੇ ਮਨ ਹੀ ਹੈ। ਲੇਕਿਨ ਉਹ ਜਿਹੜਾ ਮਨ ਹੈ ਉਹ ਹਾਇਰ ਮਾਈਂਡ ਹੈ, ਲੋਅਰ ਮਾਈਂਡ ਨਹੀਂ ਹੈ। ਜਿਹੜਾ ਮਨ ਸੰਸਾਰ ਚਲਾਉਂਦਾ ਹੈ ਉਹ ਗਿਆਨ ਨੂੰ ਨਹੀਂ ਸਮਝ ਸਕਦਾ। ਇਸ ਲਈ ਜਿਸ ਵੇਲੇ ਤੁਸੀਂ ਕਹਿੰਦੇ ਹੋ ਨਾ ਕਿ ਧਿਆਨ 'ਚ ਇਹ ਦਿਸਿਆ, ਇਹਦਾ ਕੀ ਮਤਲਬ ਹੈ, ਮਤਲਬ ਸਮਝ ਹੀ ਨਹੀਂ ਸਕਦਾ ਹੈ ਮਨ, ਕਿਉਂਕਿ ਇਸ ਮਨ ਨੂੰ ਛੱਡਿਆ ਤਾਂ ਉਹ ਅਨੁਭਵ ਮਿਲਿਆ ਹਾਇਰ ਮਾਈਂਡ ਨਾਲ। ਉੱਚ ਜਿਹੜਾ ਸਪਿਰਚੁਅਲ ਮਾਈਂਡ ਹੈ ਉਹ ਉਹਦਾ ਅਨੁਭਵ ਹੈ, ਜਿਹਨੂੰ ਆਤਮਾ ਵੀ ਕਿਹਾ ਜਾਂਦਾ ਹੈ। ਤੇ ਜਿਹਦੇ ਹਿਰਦੇ ਵਿੱਚ, ਦਿਲ ਵਿੱਚ, ਹਿਰਦੇ ਵਿੱਚ ਵਿਸ਼ਵਾਸ ਆ ਗਿਆ ਪਰਮਾਤਮਾ ਦੇ ਪ੍ਰਤੀ, ਗੁਰੂ ਦੇ ਪ੍ਰਤੀ, ਤੇ ਤਤ ਗਿਆਨ ਜਿਹੜਾ ਸਾਰਾ ਅਧਿਆਤਮਿਕ ਗਿਆਨ ਹੈ ਉਹ ਉਹਦੇ ਮਨ ਵਿੱਚ ਪ੍ਰਗਟ ਹੋ ਜਾਂਦਾ ਹੈ। ਬਾਹਰੋਂ ਨਹੀਂ ਆਂਦਾ ਕੁਝ, ਅੰਦਰੋਂ ਹੀ ਪ੍ਰਗਟ ਹੋ ਜਾਂਦਾ ਹੈ। ਹੁਣ ਅਗਰ ਸਾਨੂੰ ਅੱਜ ਤੱਕ ਗਿਆਨ ਨਹੀਂ ਮਿਲਿਆ, ਪ੍ਰਗਟ ਨਹੀਂ ਹੋਇਆ ਗਿਆਨ ਸਾਡੇ ਅੰਦਰੋਂ, ਤੇ ਸਿੱਧਾ ਸਿੱਧੀ ਕੈਲਕੂਲੇਸ਼ਨ ਹੈ ਕਿ ਸਾਨੂੰ ਭਰੋਸਾ ਹੀ ਨਹੀਂ ਹੈ, ਸਾਨੂੰ ਵਿਸ਼ਵਾਸ ਹੀ ਨਹੀਂ ਹੈ। ਜੇ ਵਿਸ਼ਵਾਸ ਪੂਰਾ ਪਰਮਾਤਮਾ ਤੇ, ਗੁਰੂ ਤੇ, ਆਪਣੇ ਆਪ ਤੇ ਹੋਏ, ਤੇ ਤਤ ਗਿਆਨ ਜਿਹੜੇ ਸਾਰੀ ਸਪਿਰਚੁਅਲ ਵਿਜ਼ਡਮ ਹੈ ਤਤ ਛਿਣ ਸਾਡੇ ਅੰਦਰੋਂ ਪ੍ਰਗਟ ਹੋ ਜਾਏ। ਜ਼ਿਆਦਾ ਭੱਜ ਨਸ ਕਰਨ ਦੀ ਲੋੜ ਨਹੀਂ, ਲੇਕਿਨ ਉਹ ਸਾਡਾ ਜਿਹੜਾ ਵਿਸ਼ਵਾਸ ਹੈ ਨਾ ਉਹ ਬਾਰ-ਬਾਰ ਟੁੱਟ ਜਾਂਦਾ ਹੈ। ਅਗਰ ਅਸੀਂ ਵਿਸ਼ਵਾਸ ਸ਼ਬਦ ਨੂੰ ਦੇਖੀਏ, ਵਿਸ਼ਵਾਸ, ਵਿਸ਼ ਹੁੰਦਾ ਜ਼ਹਿਰ, ਵਾਸ ਨਿਵਾਸ, ਜਿੱਥੇ ਜ਼ਹਿਰ ਕਿੱਥੇ ਆ ਜਾਂਦੀ ਹੈ, ਜਿਸ ਵੇਲੇ ਅਸੀਂ ਗਲਤ ਸੋਚਨੇ ਆ, ਤੇ ਉਹ ਜਿਹੜੀ ਪ੍ਰਾਣ ਊਰਜਾ ਹੈ ਉਹਦੇ ਵਿੱਚ ਇਹ ਵਿਸ਼ ਮਿਲਣ ਲੱਗ ਜਾਂਦਾ ਸਾਡੇ ਵਿਚਾਰਾਂ ਦਾ, ਤੇ ਫਿਰ ਉਹ ਜਿਹੜੀ ਸਾਡੀ ਊਰਜਾ ਹੈ ਵਿਸ਼ਵਾਸ ਵਾਲੀ ਉਹ ਖਤਮ ਹੋ ਜਾਂਦੀ ਹੈ। ਫਿਰ ਉਹ ਸੰਦੇਹ ਵਿੱਚ ਬਦਲ ਜਾਂਦੀ ਹੈ, ਡਾਊਟ ਆਉਣ ਲੱਗ ਜਾਂਦਾ, ਇੰਜ ਕਿਉਂ ਕਿਹਾ, ਇੰਜ ਕਿਉਂ ਕੀਤਾ, ਇੰਜ ਤੇ ਨਹੀਂ ਕੀਤਾ। ਕਿੰਤੂ ਪਰੰਤੂ ਫਿਰ ਸਾਡੇ ਅੰਦਰ ਆ ਜਾਂਦਾ, ਕਿਉਂਕਿ ਸਾਡੇ ਵਿਚਾਰ ਸਹੀ ਨਹੀਂ ਨੇ, ਔਰ ਵਿਚਾਰ ਸਹੀ ਨਹੀਂ ਨੇ ਤੇ એનર્ਜੀ ਸਹੀ ਨਹੀਂ ਹੈ, એનર્ਜੀ ਸਹੀ ਨਹੀਂ ਹੈ ਤੇ ਕੰਮ ਸਹੀ ਨਹੀਂ ਹੋਏਗਾ। ਇੱਕ ਦੂਸਰੇ ਨਾਲ ਸਭ ਕੜੀਆਂ ਜੁੜੀਆਂ ਹੋਈਆਂ ਨੇ। ਤੇ ਅਸੀਂ ਜਿਹੜਾ ਸਵਾਸ ਲੈਣਾ ਹੈ ਉਹਦੇ ਵਿੱਚ ਕੋਈ ਵੀ ਸਾਡੇ ਇਸ ਤਰ੍ਹਾਂ ਦੇ ਨਕਾਰਾਤਮਕ ਵਿਚਾਰ ਅਗਰ ਨਹੀਂ ਮਿਲੇ ਹੋਏ, ਤੇ ਫਿਰ ਸਾਡਾ ਰਸਤਾ ਜਿਹੜਾ ਉਹ ਸਾਫ਼ ਹੁੰਦਾ ਜਾਂਦਾ। ਲੇਕਿਨ ਜਿਸ ਵੇਲੇ ਅਸੀਂ ਧਿਆਨ ਕਰਨੇ ਆ, ਪਹਿਲੇ ਵਿਸ਼ ਹੀ ਬਾਹਰ ਆਂਦਾ ਹੈ। ਜੋ ਵੀ ਅਸੀਂ ਸੁਣਿਆ ਹੋਇਆ, ਪੜਿਆ ਹੋਇਆ, ਮੰਨਿਆ ਹੋਇਆ, ਜੋ ਸਾਡੀਆਂ ਧਾਰਨਾ ਨੇ, ਜੋ ਮਾਨਤਾ ਨੇ, ਉਹ ਸਭ ਬਾਹਰ ਨਿਕਲਦੀਆਂ ਨੇ, ਤੇ ਹੌਲੀ ਹੌਲੀ ਸਾਡਾ ਜਿਹੜਾ ਹਿਰਦੇ ਵੇ ਉਹ ਸਾਫ਼ ਹੁੰਦਾ, ਮਨ ਸਾਫ਼ ਹੁੰਦਾ। ਫਿਰ ਸਾਨੂੰ ਉਹ ਜਿਹੜਾ ਪਰਮਾਤਮਾ ਤੇ ਵਿਸ਼ਵਾਸ ਭਰੋਸਾ ਬਣਦਾ ਹੈ। ਤੇ ਅੱਜ ਇਸ ਚੀਜ਼ ਨੂੰ ਸਾਇੰਸ ਪ੍ਰੂਵ ਕਰ ਰਹੀ ਹੈ ਕਿ એનર્ਜੀ ਕੀ ਹੈ, ਬਿਲੀਫ ਦੀ, ਵਿਸ਼ਵਾਸ ਦੀ એનર્ਜੀ ਕੀ ਹੈ। ਹੁਣ ਬਾਇਓਲੋਜੀ ਆਫ ਬਿਲੀਫ ਕਹਿੰਦੇ ਨੇ ਕਿ ਜਿਸ ਤਰ੍ਹਾਂ ਸਾਡੇ ਇੱਕ ਸਰੀਰ ਦਾ ਢਾਂਚਾ ਹੈ, ਤੇ ਬਿਲੀਫ ਦਾ ਵੀ ਇੱਕ ਢਾਂਚਾ ਹੈ, ਵਿਸ਼ਵਾਸ ਜਿਹੜੇ ਸਾਡੇ ਨੇ, ਉਹ ਕਹਿੰਦੇ ਨੇ ਯੂਨੀਵਰਸ ਇਜ਼ ਵਨ ਇਨਡਿਵਿਜ਼ੀਬਲ dynamic whole in which energy and matter are so deeply entangled it is impossible to consider them as independent elements। ਬਰੂਸ ਲਿਪਟਨ ਜਿਨ੍ਹਾਂ ਨੇ ਇਹ ਬੁੱਕ ਲਿਖੀ ਹੈ, The Biology of Belief, ਉਹ ਕਹਿੰਦੇ ਨੇ ਕਿ ਇਹ ਜਿਹੜਾ ਬ੍ਰਹਿਮੰਡ ਹੈ ਇਹ ਇੱਕ ਯੂਨਿਟ ਹੈ, ਜਿਸ ਤਰ੍ਹਾਂ ਇੱਕ ਚੀਜ਼ ਹੁੰਦੀ ਹੈ, ਔਰ ਇੰਨੀ ਨਿਰੰਤਰ ਬਦਲਦੀ ਜਾਂਦੀ ਹੈ, ਡਾਇਨਾਮਿਕ ਹੈ, ਔਰ ਪੂਰਾ ਜਿਹਦੇ ਵਿੱਚ એનર્ਜੀ ਔਰ ਮੈਟਰ, ਪਦਾਰਥ ਔਰ ਊਰਜਾ ਇੱਕ ਦੂਜੇ ਨਾਲ ਇੰਨੀ ਗਹਿਰਾਈ ਨਾਲ ਮਿਲੇ ਹੋਏ ਨੇ ਕਿ ਉਹਨਾਂ ਨੂੰ ਅਲੱਗ ਕਰਨਾ ਅਸੰਭਵ ਹੈ। ਹੁਣ ਪਹਿਲੇ ਕਹਿੰਦੇ ਸੀ ਕਿ એનર્ਜੀ ਅਲੱਗ ਹੈ, ਮੈਟਰ ਅਲੱਗ ਹੈ, ਸਾਇੰਸ ਇਹ ਕਹਿੰਦੀ ਸੀ। ਲੇਕਿਨ ਹੌਲੀ ਹੌਲੀ ਖੋਜ ਕਰਦੇ ਕਰਦੇ ਸਾਇੰਸ ਨੇ ਇਹ ਪ੍ਰੂਵ ਕੀਤਾ ਕਿ એનર્ਜੀ ਔਰ ਮੈਟਰ ਅਲੱਗ ਨਹੀਂ ਨੇ। ਉਹੀ એનર્ਜੀ ਮੈਟਰ ਬਣਦੀ ਹੈ, ਉਹੀ ਮੈਟਰ એનર્ਜੀ ਬਣ ਜਾਂਦਾ, ਤੇ ਇਹਨਾਂ ਦੋਨਾਂ ਨੂੰ ਅਲੱਗ ਨਹੀਂ ਕੀਤਾ ਜਾ ਸਕਦਾ। ਤੇ ਇਹ ਜਿਹੜੀ ਨਵੀਂ ਇੱਕ ਸਿਧਾਂਤ, ਨਵੀਂ ਜਿਹੜੀ ਖੋਜ ਹੋਈ ਹੈ ਸਾਇੰਸ ਵਿੱਚ ਕਿ ਜਿਹੜੀ એનર્ਜੀ ਔਰ ਮੈਟਰ ਹੈ ਇੱਕ ਹੀ ਹੈ, ਔਰ ਫਿਰ ਇਹਦੇ ਤੋਂ ਉਹਨਾਂ ਨੇ ਖੋਜ ਕੀਤੀ ਕਿ ਮਨ ਦਾ ਔਰ ਪਦਾਰਥ ਦਾ ਕੀ ਆਪਸ ਵਿੱਚ ਰਿਸ਼ਤਾ ਕੀ ਹੈ। ਕਿਉਂਕਿ ਜੋ ਸੋਚਨੇ ਆ ਉਹ ਹੁੰਦਾ ਹੈ, ਉਹ ਫਿਜ਼ੀਕਲ ਲਾਈਫ ਸਾਡੀ ਡੇਲੀ ਰੂਟੀਨ 'ਚ ਉਹ ਮੈਨੀਫੈਸਟ ਹੋ ਜਾਂਦਾ ਹੈ। ਤੇ ਉਹ ਫਿਰ ਇਸ ਚੀਜ਼ ਦੀ ਖੋਜ ਕੀਤੀ ਗਈ ਕਿ ਮੈਟਰ ਔਰ એનર્ਜੀ ਇੱਕ ਹੀ ਹੈ, ਤੇ ਫਿਰ ਉਹ ਮਾਈਂਡ ਜਿਹੜਾ ਹੈ ਉਸ એનર્ਜੀ ਨੂੰ ਮੈਟਰ ਵਿੱਚ ਬਦਲਦਾ ਕਿਸ ਤਰ੍ਹਾਂ ਹੈ। ਤੇ ਫਿਰ ਉਹਦੀ ਜਿਹੜੀ ਹੈ ਇਹਦੇ ਤੇ ਬਹੁਤ ਖੋਜ ਕੀਤੀ ਗਈ, ਔਰ ਉਹਨਾਂ ਨੇ ਇਹ ਬੁੱਕ ਜਿਹੜੀ ਹੈ ਬਾਇਓਲੋਜੀ ਆਫ ਬਿਲੀਫ ਵਿੱਚ ਸਾਰੀਆਂ ਚੀਜ਼ਾਂ ਦੱਸੀਆਂ ਕਿ ਹਰ ਇੱਕ ਸਾਡਾ ਵਿਚਾਰ ਜਿਹੜਾ ਹੈ ਉਹ ਮੈਟਰ ਦਾ ਰੂਪ ਲੈ ਲੈਂਦਾ ਹੈ। ਔਰ ਪਤਰੀ ਸਰ ਨੇ ਇਹਨੂੰ ਹੋਰ ਖੋਲ ਕੇ ਦੱਸਿਆ ਕਿ ਜਿਹੜੀ ਊਰਜਾ ਹੈ, એનર્ਜੀ ਹੈ, ਉਹ ਵਿਚਾਰਾਂ ਦੇ ਪਿੱਛੇ ਚੱਲਦੀ ਹੈ।
जिस तरह के साडे विचार ने एनर्जी उन्हां विचारां पिछे चलेगी और फिर वो चीज़ साडी जिंदगी च होण लग जाएगी। जो जो असीं ध्यान करने आ आलतू फालतू दे विचार हटदे ने ते साडी हीलिंग हो जाती। क्यों? क्योंकि वो जिहड़ियां जड़ां विच कीड़ा लगा होया सी वो कीड़ा ठीक हो गया, हुण वो दवाई पै गई ते वो ठीक हो गया। थॉट ठीक होए, विचार ठीक होए, एनर्जी जिहड़ी है उन्हें सही विचारां दा पिछा करना शुरू किया, सही विचार मैनीफेस्ट होने लग गए और साडी जिंदगी बहुत ही सुखी और सुंदर हो गई। ते जिहड़ी ऊर्जा है वो अपने आप कुछ नहीं करती। जिस तरह दे बंदे दे विचार हुंदे ने, बस ऊर्जा जिहड़ी है विचारां दे पिछे चलदी है और मन जिहड़ा है वो श्वासां दे पिछे चलदा है। हुण अगर मन जिहड़ा है इहदे विचार घटदे जाण और खाली इह श्वासां दा ही ਜਿਹੜਾ ਨਿਰੀਖਣ ਕਰਦਾ ਰਹੇ, ਸਵਾਸਾਂ ਨਾਲ ਹੀ ਜੁੜਿਆ ਰਹੇ ਤੇ ਖਾਲੀ ਹੋ ਜਾਂਦਾ ਮਨ, ਵਿਚਾਰਾਂ ਤੋਂ ਸ਼ੂन्य ਹੋ ਜਾਂਦਾ। ਔਰ ਜਿਸ ਵੇਲੇ ਮਨ ਵਿਚਾਰਾਂ ਤੋਂ ਸ਼ੂन्य ਹੁੰਦਾ ਹੈ ਤੇ ਕਾਸਮਿਕ ਵਿਜ਼ਡਮ ਜਿਹੜੀ ਬ੍ਰਹਿਮੰਡ ਦੀ ਜਿਹੜੀ ਬ੍ਰਹਿਮੰਡ ਦਾ ਗਿਆਨ ਹੈ, ਫਿਰ ਉਹਦਾ ਦਰਵਾਜ਼ਾ ਖੁੱਲ ਜਾਂਦਾ ਹੈ। ਕਿਉਂਕਿ ਸ਼ੂन्य ਮਨ ਹੋ ਗਿਆ, ਮਨ ਵਿੱਚ ਕੋਈ ਫालतू ਵਿਚਾਰ, ਈਰਸ਼ਾ, द्वेष ਕੋਈ ਵਿਚਾਰ ਹੀ ਨਹੀਂ ਰਹੇ, ਮਨ ਸ਼ੂन्य ਹੋ ਗਿਆ ਤੇ ਸਮਝੋ ਕਿ ਬ੍ਰਹਿਮੰਡ ਦੇ ਗਿਆਨ ਦਾ ਦਰਵਾਜ਼ਾ ਸਾਡੇ ਵਾਸਤੇ ਖੁੱਲ ਗਿਆ। शून्य मन जिहड़ा है ਇਹ ਬ੍ਰਹਮੰਡ ਦੇ ਗਿਆਨ ਨੂੰ ਆਪਣੇ ਵੱਲ ਅਟਰੈਕਟ ਕਰ ਲੈਂਦਾ ਹੈ। ਤਾਂ ਸਾਨੂੰ ਇਹ ਸਭ ਮੈਸੇਜ ਮਿਲਣਾ, ਇਹ ਸਾਰੇ ਜਿਹੜੀਆਂ ਚੈਨਲ ਤੁਸੀਂ ਕਿਤਾਬਾਂ ਦੇਖ ਰਹੇ ਹੋ, ਸਭ ਇਹ ਤਾਂ ਹੁੰਦਾ ਹੈ ਜਿਸ ਵੇਲੇ ਸਾਡਾ ਮਨ ਜਿਹੜਾ ਹੈ ਉਹ ਖਾਲੀ ਹੋ ਜਾਂਦਾ। ਔਰ ਖਾਲੀ ਹੋਣ ਦਾ, ਮਨ ਸ਼ੂन्य ਹੋਣ ਦਾ ਜਿਹੜਾ ਰਸਤਾ ਹੈ ਉਹ ਸਾਡੇ ਸਵਾਸਾਂ ਕੋਲ ਹੈ। ਜਿਉਂ ਜਿਉਂ ਸਵਾਸਾਂ ਨਾਲ ਇੱਕ ਹੁੰਦੇ ਆ, ਮਨ ਸ਼ੂन्य ਹੁੰਦਾ ਤੇ ਸਵਾਸ ਸਾਨੂੰ ਉੱਤੇ ਉਠਾ ਕੇ ਸਾਨੂੰ ਉਸ ਦਰਵਾਜ਼ੇ ਤੱਕ ਲੈ ਜਾਂਦੇ ਨੇ ਔਰ ਫਿਰ ਉੱਥੇ ਸਾਨੂੰ ਬ੍ਰਹਿਮੰਡ ਦੀ ਜਿਹੜਾ ਗਿਆਨ ਹੈ ਉਹ ਮਿਲਣ ਲੱਗ ਜਾਂਦਾ। ਹੁਣ ਜਿੰਨੇ ਵੀ ਤੁਸੀਂ ਗ੍ਰੰਥ ਦੇਖ ਰਹੇ ਹੋ, ਇਹ ਸਭ ਕਿਸ ਤਰ੍ਹਾਂ ਆਏ ਨੇ? ਇਹ ਸ਼ੂन्य ਮਨ ਤੋਂ ਹੀ ਆਏ ਨੇ। ਕਿਉਂਕਿ ਮਨ ਖਾਲੀ ਹੋਇਆ ਸਾਧਨਾ ਕਰ ਕਰਕੇ ਤੇ ਜਿਹੜੀ ਬ੍ਰਹਿਮੰਡ ਦੀ ਜਿਹੜੀ ਗਿਆਨ ਹੈ, ਇੰਟੈਲੀਜੈਂਸ ਹੈ, ਜਿਹੜਾ ਬ੍ਰਹਿਮੰਡ ਦਾ ਕਾਸਮਿਕ ਵਿਜ਼ਡਮ, ਕਾਸਮਿਕ ਇੰਟੈਲੀਜੈਂਸ ਜਿਹਨੂੰ ਕਹਿੰਦੇ ਨੇ, ਉਹ ਸਾਡੇ ਆਉਣ ਲੱਗ ਜਾਂਦੀ ਹੈ। ਔਰ ਇਹ ਸਾਰਾ ਜਿੰਨਾ ਵੀ ਤੁਸੀਂ ਦੇਖ ਰਹੇ ਹੋ, ਗੀਜ਼ਾ ਪਿਰਾਮਿਡ ਬਣਿਆ ਹੈ, ਅੱਜ ਵੀ ਸਾਇੰਸ ਹੈਰਾਨ ਹੁੰਦੀ ਹੈ ਕਿ ਇੰਨੇ ਵੱਡੇ ਵੱਡੇ ਪੱਥਰ ਜੋੜੇ ਕਿਸ ਤਰ੍ਹਾਂ ਗਏ। ਲੇਕਿਨ ਉਹ ਸਭ ਬ੍ਰਹਿਮੰਡ ਦਾ ਜਿਹੜਾ ਗਿਆਨ, ਬੁੱਧੀਮਤਾ ਜਿਹੜੀ ਉਹਨਾਂ ਸੰਤਾਂ ਨੂੰ, ਸਾਧਕਾਂ ਨੂੰ ਮਿਲੀ, ਉਹਦੇ ਨਾਲ ਉਹਨਾਂ ਨੇ ਸਾਰਾ ਕੰਮ ਕੀਤਾ, ਜੋ ਅੱਜ ਸਾਇੰਸ ਅਜੇ ਤੱਕ ਵੀ ਖੋਜ ਨਹੀਂ ਕਰ ਪਾ ਰਹੀ ਕਿ ਹੋਇਆ ਕਿਸ ਤਰ੍ਹਾਂ। ਜਿੱਥੇ ਸਾਇੰਸ ਖਤਮ ਹੋ ਜਾਂਦੀ ਹੈ, ਉੱਥੋਂ ਅਧਿਆਤਮਿਕ ਵਿਗਿਆਨ ਸ਼ੁਰੂ ਹੁੰਦਾ ਹੈ। ਜਿਸ ਵੇਲੇ ਸਾਇੰਸ ਹੱਥ ਝਾੜ ਦਿੰਦੀ ਹੈ ਕਿ ਕੁਝ ਨਹੀਂ ਹੋ ਸਕਦਾ, ਉਸ ਵੇਲੇ ਅਧਿਆਤਮਿਕ ਵਿਗਿਆਨ ਕਹਿੰਦਾ ਹੁਣ ਸਭ ਕੁਝ ਹੋ ਸਕਦਾ, ਕਿਉਂਕਿ ਹੁਣ ਤੋਂ ਆਪਣੇ ਹਥਿਆਰ ਛੱਡ ਦਿੱਤੇ ਨੇ। ਤੇ ਇਹ ਜਿਹੜਾ ਐਮਟੀ ਮਾਈਂਡ ਹੈ, ਜਿਸ ਵੇਲੇ ਸਵਾਸਾਂ ਨਾਲ ਇੱਕ ਹੋ ਜਾਈਦਾ ਤੇ ਇਹ ਬ੍ਰਹਮੰਡ ਦੀ ਬੁੱਧੀਮਤਾ ਦਾ ਗਿਆਨ ਦਾ ਦਰਵਾਜ਼ਾ ਖੋਲ ਦਿੰਦਾ ਔਰ ਫਿਰ ਜ਼ਿੰਦਗੀ ਚਮਤਕਾਰਿਕ ਹੋ ਜਾਂਦੀ ਹੈ। ਜੀਸਸ ਨੇ ਕਿਹਾ ਕਿ ਅਗਰ ਤੁਹਾਡੇ ਕੋਲ ਇੱਕ ਸਰਸੋਂ ਦੇ ਦਾਣੇ ਜਿੰਨਾ ਵੀ ਵਿਸ਼ਵਾਸ ਹੈ ਨਾ, ਤੇ ਤੁਸੀਂ ਪਹਾੜਾਂ ਨੂੰ ਹਿਲਾ ਸਕਦੇ ਹੋ, ਵੱਡੇ ਵੱਡੇ ਪਰਵਤਾਂ ਨੂੰ ਹਿਲਾ ਸਕਦੇ ਹੋ। ਹੁਣ ਇਹ ਦੱਸੋ, ਇਹ ਦੇਖੋ ਕਿ ਵਿਸ਼ਵਾਸ ਦੀ ਊਰਜਾ ਕਿੰਨੀ ਪਾਵਰਫੁਲ ਹੈ ਕਿ ਅਗਰ ਇੱਕ ਸਰਸੋਂ ਦਾ ਦਾਣੇ ਜਿੰਨਾ ਵੀ ਵਿਸ਼ਵਾਸ ਹੈ, ਉਹ श्वास ਜਿਹਦੇ ਵਿੱਚ ਵਿਸ਼ ਨਹੀਂ ਹੈ, ਤੇ ਤੁਸੀਂ ਪਰਵਤਾਂ ਨੂੰ ਹਿਲਾ ਸਕਦੇ ਹੋ। ਤੇ ਕਿੰਨੀ ਜ਼ਿਆਦਾ ਇਸ ਸ਼ਬਦ ਦੀ ਊਰਜਾ ਹੈ ਵਿਸ਼ਵਾਸ ਦੀ। ਔਰ ਸਾਰਾ ਚੀਜ਼ਾਂ ਵਿਸ਼ਵਾਸ ਤੇ ਟਿਕੀਆਂ ਨੇ। ਅਗਰ ਘਰ ਪਰਿਵਾਰ ਵੀ ਚੱਲਦਾ, ਵਿਸ਼ਵਾਸ ਤੇ ਚੱਲਦਾ, ਬਿਜ਼ਨਸ ਵਿਸ਼ਵਾਸ ਤੇ ਚੱਲਦਾ, ਤੇ ਜਿਹਦੇ ਬੰਦੇ ਤੇ ਭਰੋਸਾ ਨਹੀਂ ਹੁੰਦਾ, ਫਿਰ ਬੰਦਾ ਉਹਦੇ ਨਾਲ ਵਪਾਰ ਹੀ ਨਹੀਂ ਕਰਦਾ। ਤੇ ਪਰਮਾਤਮਾ ਦੇ ਘਰ ਵੀ ਵਿਸ਼ਵਾਸ ਤੇ ਹੀ ਸਭ ਕੁਝ ਚੱਲਦਾ ਹੈ। ਗੁਰੂ ਵੀ ਐਸੇ ਸਿੱਖ ਤੇ ਭਰੋਸਾ ਨਹੀਂ ਕਰਦਾ। ਅਸੀਂ ਕਹਿੰਦੇ ਸਾਨੂੰ ਗੁਰੂ ਤੇ ਭਰੋਸਾ ਨਹੀਂ ਹੈ, ਲੇਕਿਨ ਨਹੀਂ, ਗੁਰੂ ਵੀ ਐਸੇ ਸਿੱਖ ਤੇ ਭਰੋਸਾ ਨਹੀਂ ਕਰਦਾ ਜਿਹਦੇ ਅੰਦਰ ਵਿਸ਼ਵਾਸ ਹੀ ਨਹੀਂ ਹੈ। ਤੇ ਇਸ ਲਈ ਵਿਸ਼ਵਾਸ ਦੀ ਊਰਜਾ ਜਿਹੜੀ ਹੈ ਉਹ ਸਾਡੇ ਜੀਵਨ 'ਚ ਚਮਤਕਾਰ ਕਰਦੀ ਹੈ। ਹੁਣ ਇਹ ਬਾਇਓਲੋਜੀ ਆਫ ਬਿਲੀਫ ਵਿੱਚ ਬਰੂਸ ਲਿਪਟਨ ਕਹਿੰਦੇ ਨੇ ਕਿ ਇਹ ਅਣੂ ਜਿਹੜੇ ਹੁੰਦੇ ਨੇ ਨਾ ਸਾਡੇ ਸਰੀਰ ਦੇ, ਇੱਕ ਇੱਕ ਐਟਮ ਹੁੰਦਾ, ਇਹ ਉਹ ਬਾਇਓਲੋਜਿਸਟ ਸਨ, ਉਹਨਾਂ ਦੀ ਸਟੱਡੀ ਕਰਦੇ ਸਨ। ਔਰ ਹੌਲੀ ਹੌਲੀ ਸਟੱਡੀ ਕਰਦੇ ਕਰਦੇ ਇਹਨਾਂ ਦਾ ਝੁਕਾਅ ਅਧਿਆਤਮ ਵੱਲ ਹੋ ਗਿਆ। ਔਰ ਇਹਨਾਂ ਨੇ ਫਿਰ ਦੇਖਿਆ ਕਿ ਇਹ ਜਿਹੜੇ ਸਾਡੀਆਂ ਮਾਨਤਾ, ਧਾਰਨਾ, ਜੋ ਗੱਲਾਂ ਅਸੀਂ ਪਕੜ ਲੈਂਦੇ ਹਾਂ, ਕੱਸ ਕੇ ਮੰਨ ਲਿਆ, ਬਿੱਲੀ ਰਸਤਾ ਕੱਟ ਜਾਏਗੀ, ਕਿਸੇ ਨੇ ਨਿੱਛ ਮਾਰੀ ਤੇ ਸਾਡਾ ਕੰਮ ਨਹੀਂ ਹੋਏਗਾ, ਇਸ ਤਰ੍ਹਾਂ ਦੇ ਕਈ ਚੀਜ਼ਾਂ ਅਸੀਂ ਪਕੜੀਆਂ ਹੋਈਆਂ ਨੇ। ਸ਼ਰਾਧਾਂ ਵਿੱਚ ਅਸੀਂ ਇਹ ਨਹੀਂ ਕਰਨਾ, ਨਵੀਂ ਚੀਜ਼ ਨਹੀਂ ਖਰੀਦਣੀ, ਬਹੁਤ ਸਾਰੀਆਂ ਐਸੀਆਂ ਚੀਜ਼ਾਂ ਅਸੀਂ ਬਚਪਨ ਤੋਂ ਹੀ ਸਿੱਖ ਲੈਂਦੇ ਹਾਂ, ਉਹ ਸਾਡੇ ਅੰਦਰ ਬੈਠ ਜਾਂਦੀਆਂ ਨੇ। ਫਿਰ ਅਗਰ ਅਸੀਂ ਉਹਦੇ ਉਲਟ ਜਾ ਕੇ ਕੁਝ ਕੰਮ ਕਰਨੇ ਆ ਤੇ ਫਿਰ ਸਾਨੂੰ ਡਰ ਲੱਗਦਾ ਔਰ ਫਿਰ ਸਾਨੂੰ ਬਾਰ-ਬਾਰ ਉਹਦਾ ਗਲਤ ਨਤੀਜਾ ਭੁਗਤਣਾ ਪੈਂਦਾ, ਕਿਉਂਕਿ ਸਾਡੇ ਬੀਜ ਵਿੱਚ ਗਲਤ ਹੈ। ਬੀਜ ਜਿਹੜਾ ਸਾਡਾ ਬਚਪਨ 'ਚ ਪਾ ਦਿੱਤਾ ਕਿ ਇਹ ਨਹੀਂ ਕਰਨਾ,
ਔਰ ਜਿਸ ਵੇਲੇ ਉਹ ਇੰਨਾ ਜ਼ਿਆਦਾ ਸਾਡਾ ਭਰੋਸਾ ਉਸ ਚੀਜ਼ ਤੇ ਬਣ ਜਾਂਦਾ ਹੈ, ਵਿਸ਼ਵਾਸ ਹੋ ਜਾਂਦਾ ਹੈ, ਅਸੀਂ ਕਰਾਂਗੇ ਤੇ ਫਿਰ ਸਾਨੂੰ ਲੱਗਦਾ ਹੈ ਕਿ ਕੀਤਾ ਤਾਂ ਇਹ ਗਲਤੀ ਹੋ ਗਈ। ਤੇ ਉਹ ਕਹਿ ਰਹੇ ਨੇ ਇਹ ਜਿਹੜਾ ਬਿਲੀਫ ਹੈ, ਇਹਦੀ ਜਿਹੜੀ ਬਾਇਓਲੋਜੀ ਹੈ, ਇਹ ਸਾਡੇ ਡੀਐਨਏ ਵਿੱਚ, ਸਾਡੇ ਬਾਡੀ ਦੇ ਐਟਮਸ ਜਿਹੜੇ ਇੱਕ ਇੱਕ ਅਣੂ ਹੈ ਉਹਨੂੰ ਪ੍ਰਭਾਵਿਤ ਕਰਦੀ ਹੈ, ਸਾਡੇ ਵਿਚਾਰਾਂ ਨੂੰ। ਔਰ ਸਾਡੇ ਜਿਹੜੇ ਬਿਲੀਫ ਔਰ ਥਾਟ ਨੇ ਉਹ ਸਾਡੀ ਜ਼ਿੰਦਗੀ ਦਾ, ਸਾਡੀ ਸਿਹਤ ਦਾ ਕੰਟਰੋਲ ਆਪਣੇ ਹੱਥ ਵਿੱਚ ਰੱਖ ਲੈਂਦੇ ਨੇ। ਜਿਹੋ ਜਿਹੇ ਸਾਡੇ ਵਿਚਾਰ ਨੇ, ਸਾਡੀ ਜ਼ਿੰਦਗੀ ਉਹੋ ਜਿਹੀ ਹੀ ਹੋਏਗੀ। ਜਿਨ੍ਹਾਂ ਚੀਜ਼ਾਂ ਨੂੰ ਅਸੀਂ ਬਹੁਤ ਕੱਸ ਕੇ ਮੰਨ ਲੈਂਦੇ ਆ, ਪਕੜ ਲੈਂਦੇ ਆ, ਉਹ એનર્ਜੀ ਉਹਨਾਂ ਥਾਟਸ ਨੂੰ ਫੋਲੋ ਕਰਦੀ ਹੈ ਔਰ ਸਾਡੀ ਜ਼ਿੰਦਗੀ 'ਚ ਉਹੀ ਹੋਣ ਲੱਗ ਜਾਂਦਾ ਹੈ। ਜਿਸ ਤਰ੍ਹਾਂ ਲੋਕ ਕਹਿੰਦੇ ਨੇ ਕਿ ਕਾਲੀ ਬਿੱਲੀ ਰਸਤਾ ਕੱਟ ਜਾਏ ਤੇ ਕੰਮ ਨਹੀਂ ਹੁੰਦਾ, ਤੇ ਬੰਦੇ ਵਹਿਮ ਬਹੁਤ ਕਰਦੇ ਨੇ ਫਿਰ ਇਸ ਚੀਜ਼ ਦਾ, ਤੇ ਬਿੱਲੀ ਦਿਸ ਜਾਏ ਤੇ ਵਾਪਸ ਅੰਦਰ ਚਲੇ ਜਾਂਦੇ ਨੇ ਕਿ ਨਹੀਂ ਕੰਮ ਨਹੀਂ ਹੋਏਗਾ। ਤੇ ਜਦ ਕਿ ਬਹੁਤ ਲੋਕ ਇਸ ਚੀਜ਼ ਨੂੰ ਮੰਨਦੇ ਨੇ ਕਿ ਜਿਹੜੀ ਬਿੱਲੀ ਹੈ, ਅਗਰ ਉਹ ਕਿਸੇ ਦੇ ਘਰ ਬੱਚੇ ਦੇ ਤੇ ਉਹਦੇ ਘਰ ਬਹੁਤ ਪੈਸਾ ਆਉਂਦਾ ਹੈ। ਔਰ ਇਹ ਮੇਰੇ ਅੱਖੀ ਦੇਖੇ ਦੀ ਗੱਲ ਹੈ ਕਿ ਅਗਰ ਕਿਸੇ ਦੇ ਘਰ ਬਿੱਲੀ ਬੱਚੇ ਦੇ ਜਾਏ ਤੇ ਕਹਿੰਦੇ ਬਹੁਤ ਪੈਸਾ ਆਉਂਦਾ। ਹੁਣ ਬਿੱਲੀ ਤੇ ਇੱਕ ਹੀ ਹੈ ਨਾ, ਇੱਕ ਕਹਿ ਰਿਹਾ ਦਿਸੇਗੀ ਤੇ ਮੇਰਾ ਕੰਮ ਖਰਾਬ ਹੋ ਜਾਏਗਾ, ਇੱਕ ਕਹਿ ਰਿਹਾ ਬਿੱਲੀ ਨੂੰ ਦੁੱਧ ਪਿਆਇਆ, ਬਿੱਲੀ ਨੇ ਆ ਕੇ ਬੱਚੇ ਦਿੱਤੇ, ਬਿੱਲੀ ਘਰ ਆਈ ਤੇ ਮੇਰਾ ਘਰ ਪੈਸਿਆਂ ਨਾਲ ਭਰ ਗਿਆ। ਉਹ ਕੀ ਹੈ? ਵਿਚਾਰ ਦਾ ਫਰਕ ਹੈ। ਜਿਸ ਤਰ੍ਹਾਂ ਦਾ ਵਿਚਾਰ ਹੋਏਗਾ ਉਸ ਤਰ੍ਹਾਂ ਦੀ એનર્ਜੀ ਹੋਏਗੀ ਔਰ ਉਹੀ ਸਾਡੇ ਜ਼ਿੰਦਗੀ ਚ ਹੋਣ ਲੱਗ ਜਾਏਗਾ। ਤੇ ਇਹਨਾਂ ਨੇ ਉਹਦੇ ਬਹੁਤ ਹੀ ਸੂਖਸ਼ਮ ਤਰੀਕੇ ਨਾਲ ਉਹਨਾਂ ਵਿਚਾਰਾਂ ਦੀ ਜਿਹੜੀ ਊਰਜਾ ਹੈ ਉਹਨੂੰ ਸਟੱਡੀ ਕੀਤਾ ਕਿ ਇਹ ਵਿਚਾਰਾਂ ਦੀ ਊਰਜਾ ਜਿਹੜੀ ਹੈ ਕਿਸ ਤਰ੍ਹਾਂ ਸਾਡੇ ਡੀਐਨਏ ਨੂੰ ਔਰ ਸਾਡੇ ਜੀਨਸ ਨੂੰ, ਸਾਡੇ ਐਟਮਸ ਨੂੰ ਪ੍ਰਭਾਵਿਤ ਕਰਦੀ ਹੈ ਔਰ ਸਾਡੀ ਸਿਹਤ ਜਿਹੜੀ ਹੈ ਉਹ ਇਹਨਾਂ ਵਿਚਾਰਾਂ ਤੇ ਹੀ ਨਿਰਭਰ ਕਰਦੀ ਹੈ। ਇਹ ਕੋਰੀਆਂ ਗੱਲਾਂ ਨਹੀਂ ਨੇ, ਅੱਜ ਵਿਗਿਆਨ ਇਹਨਾਂ ਨੂੰ ਸਿੱਧ ਕਰ ਰਿਹਾ ਔਰ ਉਹਨਾਂ ਦੀ ਬਹੁਤ YouTube ਤੇ ਤੁਹਾਨੂੰ ਮਿਲ ਜਾਣਗੇ, ਬਹੁਤ ਵਰਕਸ਼ਾਪ ਮਿਲ ਜਾਣਗੀਆਂ। YouTube ਤੇ ਉਹਨਾਂ ਦੀ ਬੁੱਕ ਵੀ ਹੈ ਔਰ ਬਹੁਤ ਸਾਰੇ ਉਹਨਾਂ ਦੇ ਵੀਡੀਓਜ਼ ਨੇ ਕਿ ਜਿਸ ਤਰ੍ਹਾਂ ਉਹ ਕਹਿੰਦੇ ਨੇ ਕਿ ਸਾਡੇ ਸਰੀਰ ਦਾ ਅੰਦਰ ਦਾ ਜਿਹੜਾ ਸਿਸਟਮ ਹੈ ਉਹ ਸਾਡੇ ਵਿਚਾਰਾਂ ਨਾਲ ਚੱਲਦਾ ਹੈ। ਅਗਰ ਵਿਚਾਰ ਸਾਡੇ ਸਹੀ ਨਹੀਂ ਨੇ ਤੇ ਕਦੀ ਵੀ ਅਸੀਂ ਠੀਕ ਨਹੀਂ ਹੋ ਸਕਦੇ। ਤੇ ਉਹ ਕਹਿੰਦੇ ਨੇ, ਉਹ ਮਤਲਬ ਕਿ ਪਹਿਲੇ ਤੇ ਇੱਕ ਵਿਗਿਆਨਿਕ ਹੀ ਸਨ, ਖਾਲੀ ਖੋਜ ਕਰਦੇ ਰਹੇ ਔਰ ਡਾਕਟਰ ਸਨ। ਤੇ ਫਿਰ ਉਹਨਾਂ ਨੇ ਇਹ ਆਤਮਾ ਨਾਲ ਇਸ ਵਿਗਿਆਨ ਨੂੰ ਜੋੜ ਕੇ ਤੇ ਬਹੁਤ ਹੀ ਨਾਮੀ ਉਹ ਸਪੀਕਰ ਨੇ ਔਰ ਅਧਿਆਤਮਿਕ ਵਿਗਿਆਨਿਕ ਨੇ ਔਰ ਸੈੱਲ ਲੈਵਲ ਤੇ ਸੈੱਲ ਦੀ ਕੀ ਢਾਂਚਾ ਹੈ, ਕੀ ਸਟਰਕਚਰ ਹੈ, ਕਿਸ ਤਰ੍ਹਾਂ ਉਹ ਕੰਮ ਕਰਦਾ ਹੈ, ਉਹਦੇ ਤੇ ਉਹਨਾਂ ਨੇ ਬਹੁਤ ਖੋਜ ਕੀਤੀ। ਔਰ ਵਿਸਕੌਨਸਿਨ ਸਕੂਲ ਆਫ ਮੈਡੀਸਿਨ ਵਿੱਚ ਉਹਨਾਂ ਨੇ ਬਹੁਤ ਟ੍ਰੇਨਿੰਗ ਵੀ ਕੀਤੀ ਹੈ ਇਸ ਚੀਜ਼ ਦੀ ਔਰ ਬਹੁਤ ਇਹਦੇ ਤੇ ਆਪਣੇ ਲੈਕਚਰ ਔਰ ਸਟੱਡੀ ਔਰ ਆਪਣੇ ਜੋ ਰਿਸਰਚ ਸੀ, ਰਿਸਰਚ ਪੇਪਰ ਵੀ ਉਹਨਾਂ ਨੇ ਆਪਣੇ ਦਿੱਤੇ। ਹੁਣ ਸਾਨੂੰ ਗੁਰੂ ਤੇ ਭਰੋਸਾ ਹੈ ਕਿ ਗੁਰੂ ਤੇ ਸਾਨੂੰ ਸੰਦੇਹ ਹੈ, ਇਹ ਸਾਨੂੰ ਸੋਚਣਾ ਹੈ। ਤੇ ਲੇਕਿਨ ਸਾਡਾ ਭਰੋਸਾ ਕਿਸ ਤਰ੍ਹਾਂ ਦਾ ਹੈ? ਸਾਡੇ ਸਾਰੇ ਕੰਮ ਹੁੰਦੇ ਰਹਿਣ ਤੇ ਅਸੀਂ ਕਹਿੰਦੇ ਆ ਬਸ ਇਹ ਗੁਰੂ ਬਹੁਤ ਵਧੀਆ ਹੈ, ਤੇ ਜੇ ਸਾਡਾ ਕੰਮ ਨਾ ਹੋਏ ਤੇ ਅਸੀਂ ਦੂਜਾ ਗੁਰੂ ਢੂੰਡ ਲੈਂਦੇ ਆ। ਫਿਰ ਸਾਨੂੰ ਗੁਰੂ ਤੇ ਸ਼ੰਕਾ ਆਉਂਦਾ ਹੈ ਔਰ ਐਸੀਆਂ ਹਜ਼ਾਰਾਂ ਸਾਖੀਆਂ ਨੇ। ਸ਼ੰਕਾ, ਅਗਰ ਸਾਡੀ ਸੰਗਤ ਸਹੀ ਨਹੀਂ ਹੈ ਤਾਂ ਵੀ ਸਾਨੂੰ ਸ਼ੰਕਾ ਗੁਰੂ ਤੇ ਹੋ ਜਾਂਦਾ ਹੈ। ਚੰਗੇ ਭਲੇ ਚੱਲ ਰਹੇ ਸੀ, ਇੱਕ ਬੰਦੇ ਨੇ ਆ ਕੇ ਕੋਈ ਐਸੀ ਗੱਲ ਦੱਸੀ ਤੇ ਸਾਨੂੰ ਵੀ ਸ਼ੰਕਾ ਹੋ ਗਿਆ ਤੇ ਸਾਡਾ ਜਿਹੜਾ ਭਰੋਸਾ ਸੀ, ਵਿਸ਼ਵਾਸ ਸੀ, ਉਹ ਟੁੱਟ ਗਿਆ। ਔਰ ਇਹੀ ਅਧਿਆਤਮ ਵਿੱਚ ਜਿਹੜੀ ਵਿਸ਼ਵਾਸ ਦੀ ਊਰਜਾ ਹੈ, ਜਿਹਨੂੰ ਅੱਜ ਸਾਇੰਸ ਇੰਨਾ ਪ੍ਰੂਵ ਕਰ ਰਹੀ ਹੈ ਕਿ ਸਾਡਾ ਸਰੀਰ ਚਲਾਉਂਦੀ ਹੈ, ਇਹ ਸਾਡੀ ਆਤਮਾ ਵੀ ਚਲਾਉਂਦੀ ਹੈ। ਔਰ ਜਿਹੜੀਆਂ ਗੱਲਾਂ ਅਸੀਂ ਬਹੁਤ ਕੱਸ ਕੇ ਪਕੜ ਲੈਂਦੇ ਆ, ਫਿਰ ਇਹ ਸਰੀਰ ਛੱਡਣ ਤੋਂ ਬਾਅਦ ਵੀ ਸਾਡੇ ਨਾਲ ਜਾਂਦੀਆਂ ਨੇ। ਤੇ ਉਹ ਜੋ ਸਾਡੇ ਵਿਚਾਰ ਹੁੰਦੇ ਨੇ ਉੱਥੇ ਉਹੀ ਚੀਜ਼ਾਂ ਮੈਨੀਫੈਸਟ ਹੋਣ ਲੱਗ ਜਾਂਦੀਆਂ ਨੇ। ਮੈਂ ਸ਼ੇਅਰ ਕਰਾਂਗੀ ਤੁਹਾਡੇ ਨਾਲ, ਮਹਾ ਯਾਤਰਾ ਕਰਕੇ ਅਸੀਂ ਇੱਕ ਬੁੱਕ ਲਈ ਸੀ, ਤਿੰਨੋਂ ਦੇ ਪਾਰਟ ਨੇ। ਉਹਦੇ ਵਿੱਚ ਉਹਨੇ ਇਹ ਹੀ ਦੱਸਿਆ, ਜਿਹੜਾ ਆਥਰ ਹੈ, ਲੇਖਕ ਨੇ ਇਹ ਹੀ ਦੱਸਿਆ ਕਿ ਜੇ ਆਤਮਾ ਨੂੰ ਇਹ ਚੀਜ਼ ਪਕੜੀ ਹੋਈ ਹੈ ਨਾ, ਜੇ ਉਹਨੇ ਵਿਚਾਰਾਂ ਵਿੱਚ ਕਿ ਅੱਗੇ ਬਹੁਤ ਮਾਰ ਪੈਂਦੀ ਏ, ਨਰਕਾਂ ਵਿੱਚ ਜਾਣਾ ਪੈਂਦਾ ਏ, ਅੱਗਾਂ ਵਿੱਚ ਜਲਾਇਆ ਜਾਂਦਾ ਏ, ਤੇ ਉਹ ਜਿਸ ਵੇਲੇ ਸਰੀਰ ਛੱਡਦਾ ਹੈ ਨਾ, ਉਹ ਡਰ ਜਿਹੜਾ ਹੈ ਉਹ ਮੈਨੀਫੈਸਟ ਹੋਣ ਲੱਗ ਜਾਂਦਾ ਹੈ, ਉਹਨੂੰ ਉਹੀ ਸਭ ਦਿਖਣ ਲੱਗ ਜਾਂਦਾ ਹੈ। ਤੇ ਇਹ ਜਿਹੜੇ ਸਾਡੀਆਂ ਵਿਚਾਰ ਨੇ, ਮਾਨਤਾ ਨੇ, ਇਹ ਸਾਡੀਆਂ ਸਰੀਰ ਛੱਡਣ ਤੋਂ ਬਾਅਦ ਵੀ ਮੈਨੀਫੈਸਟ ਹੋਣ ਲੱਗ ਜਾਂਦੀਆਂ ਨੇ। ਤੇ ਉਸ ਵੇਲੇ ਬੰਦਾ ਘਬਰਾ ਜਾਂਦਾ, ਜੋ ਸੋਚਦਾ ਉਸੇ ਵੇਲੇ ਹੋਣ ਲੱਗ ਜਾਂਦਾ, ਕਿਉਂਕਿ ਸੂਖਸ਼ਮ ਜਿਹੜਾ ਲੋਕ ਹੈ, ਸੂਖਸ਼ਮ ਜਗਤ ਹੈ, ਉਹਦੇ ਚ ਕੋਈ ਸਮੇਂ ਦਾ ਬੰਧਨ ਨਹੀਂ ਹੈ। ਉਹਨੇ ਜੋ ਸੋਚਿਆ ਕਿ ਕੋਈ ਰਾਖਸ਼ ਨਾ ਆ ਜਾਏ, ਉਸੇ ਵੇਲੇ ਰਾਖਸ਼ ਆ ਜਾਏਗਾ। ਨਰਕਾਂ ਵਿੱਚ ਜਲਾਇਆ ਜਾਂਦਾ,
ਉਹ ਨਰਕ ਦਿਖਾਈ ਦੇਣ ਲੱਗ ਜਾਣਗੇ, ਕਿਉਂਕਿ ਉਹ ਵਿਚਾਰ ਉਹਨੂੰ ਇਹ ਸਮਝ ਨਹੀਂ ਆਉਂਦੀ ਕਿ ਇਹ ਸਾਰਾ ਮੇਰੇ ਵਿਚਾਰਾਂ ਨਾਲ ਮੈਨੀਫੈਸਟ ਹੋ ਰਿਹਾ। ਤਾਂ ਹੀ ਕਹਿੰਦੇ ਨੇ ਜਿਹੜਾ ਧਰਤੀ ਤੇ ਤੁਸੀਂ ਜੀਵਨ ਜੀ ਰਹੇ ਹੋ ਨਾ, ਇਹ ਬਹੁਤ ਹੀ ਮਹੱਤਵਪੂਰਨ ਹੈ। ਬਹੁਤ ਹੀ ਧਿਆਨ ਨਾਲ, ਜਾਗਰੂਕਤਾ ਨਾਲ ਜੀਣਾ ਚਾਹੀਦਾ ਹੈ। ਜੋ ਇੱਥੇ ਤੁਸੀਂ ਸਮਝੋਗੇ, ਪਕੜ ਲੋਗੇ, ਜੋ ਤੁਹਾਡੇ ਵਿਚਾਰ ਬਣ ਜਾਣਗੇ, ਉਹ ਵਿਚਾਰ ਤੁਹਾਡੇ ਅੱਗੇ ਵੀ ਜਾਣਗੇ। ਤਾਂ ਹੀ ਜੇ ਇੱਥੇ ਤੁਹਾਨੂੰ ਵਿਚਾਰਾਂ ਤੋਂ ਖਾਲੀ ਹੋਣਾ, ਮਨ ਨੂੰ ਸ਼ੂન્ય ਕਰਨਾ ਆ ਗਿਆ, ਤੇ ਸਰੀਰ ਛੱਡਣ ਤੋਂ ਬਾਅਦ ਜਿਸ ਵੇਲੇ ਤੁਹਾਡਾ ਮਨ ਸ਼ੂન્ય ਹੋ ਜਾਏਗਾ, ਤੁਹਾਡਾ ਸਾਰਾ ਰਸਤਾ ਸਾਫ਼ ਹੋ ਜਾਏਗਾ। ਲੇਕਿਨ ਅਗਰ ਜਿੰਦੇ ਜੀ ਤੁਹਾਡਾ ਮਨ ਸ਼ੂન્ય ਨਹੀਂ ਹੋਇਆ, ਤੇ ਫਿਰ ਉਹੀ ਸਾਰੇ ਵਿਚਾਰ ਤੁਹਾਡੇ ਜੋ ਜੋ ਸੋਚਦੇ ਜਾਓਗੇ ਮੈਨੀਫੈਸਟ ਹੁੰਦਾ ਜਾਏਗਾ, ਔਰ ਡਰ ਦੇ ਮਾਰੇ ਤੁਸੀਂ ਆਪਣੀ ਹੀ ਕੈਦ ਵਿੱਚ ਕੈਦ ਹੋ ਜਾਓਗੇ। ਤੇ ਇਹ ਤੁਹਾਡੇ ਨਾਲ ਮੈਂ ਸ਼ੇਅਰ ਕਰਾਂਗੀ ਲਿੰਕ ਇਹਦਾ, ਕਿ ਤੁਸੀਂ ਉਹਨੂੰ ਸੁਣ ਸਕਦੇ ਹੋ। ਤੇ ਦਸਮ ਪਿਤਾ ਦੇ ਟਾਈਮ ਤੇ, ਗੁਰੂ ਗੋਬਿੰਦ ਸਿੰਘ ਜੀ ਦੇ ਟਾਈਮ ਦੀ ਇੱਕ ਸਾਖੀ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਹੈ, ਕਿ ਗੁਰੂ ਤੇ ਸੰਦੇਹ ਹੋਣਾ ਜਾਂ ਗੁਰੂ ਤੇ ਭਰੋਸਾ ਹੋਣਾ ਕਿਸ ਤਰ੍ਹਾਂ ਸਾਡੀ ਜ਼ਿੰਦਗੀ ਬਦਲ ਦਿੰਦਾ ਹੈ। ਇੱਕ ਸਿੱਖ ਸੀ, ਸੇਵਾਦਾਰ, ਬਹੁਤ ਸੇਵਾ ਕਰਦਾ ਸੀ, ਗੁਰੂ ਸਾਹਿਬ ਨੂੰ ਚਾਰ ਕਰਦਾ ਸੀ ਪਿੱਛੇ ਖੜਾ ਹੋ ਕੇ, ਪਰ ਉਹਦੇ ਘਰ ਕੋਈ ਔਲਾਦ ਨਹੀਂ ਸੀ, ਸੰਤਾਨ ਨਹੀਂ ਸੀ। ਤੇ ਜਿਸ ਤਰ੍ਹਾਂ ਆਦਤ ਹੁੰਦੀ ਏ, ਲੇਡੀਜ਼ ਜਨਾਨੀਆਂ ਇਕੱਠੀਆਂ ਬੈਠ ਜਾਂਦੀਆਂ ਨੇ ਤੇ ਆਪਸ ਵਿੱਚ ਗੱਲਬਾਤ ਕਰਦੀਆਂ ਨੇ, ਤੇ ਉਹ ਜਿਹੜੀਆਂ ਉਹਦੀ ਸੰਗਤ ਸੀ ਉਹ ਸਹੀ ਨਹੀਂ ਸੀ, ਉਹਦੀ ਘਰ ਵਾਲੀ ਦੀ। ਤੇ ਉਹ ਪੀਰਾਂ ਫਕੀਰਾਂ ਨੂੰ ਮੰਨਦੇ ਸੀ, ਤੇ ਉਹ ਰੋਜ਼ ਉਹਨੂੰ ਕਹਿਣ ਆ ਕੇ ਕਿ ਤੁਸੀਂ ਕਹਿੰਦੇ ਹੋ ਸਾਡੇ ਗੁਰੂ ਨੇ, ਤੇ ਫਿਰ ਤੁਸੀਂ ਉਹਨਾਂ ਕੋਲੋਂ ਪੁੱਤਰ ਦੀ ਦਾਤ ਕਿਉਂ ਨਹੀਂ ਮੰਗਦੇ ਹੋ? ਤੇ ਸਾਡੇ ਤੇ ਜਿਹੜਾ ਪੀਰ ਏ, ਉਹਦੇ ਕੋਲ ਜਿਹੜਾ ਵੀ ਜਾ ਕੇ ਮੰਨਤ ਮੰਨਦਾ ਹੈ ਉਹਦੀ ਪੂਰੀ ਹੋ ਜਾਂਦੀ ਹੈ, ਤੇ ਤੁਸੀਂ ਕਹਿੰਦੇ ਹੋ ਸਾਡਾ ਗੁਰੂ ਪੂਰਾ ਹੈ, ਤੇ ਤੁਸੀਂ ਜਾ ਕੇ ਉਹਨਾਂ ਕੋਲੋਂ ਪੁੱਤਰ ਦੀ ਦਾਤ ਮੰਗੋ, ਤੇ ਨਹੀਂ ਤੇ ਫਿਰ ਸਾਡੇ ਨਾਲ ਚੱਲੋ। ਤੇ ਹੌਲੀ ਹੌਲੀ ਉਹਦੇ ਮਨ ਤੇ ਅਸਰ ਹੋਣ ਲੱਗ ਗਿਆ ਕਿ ਹਾਂ ਇਹ ਠੀਕ ਕਹਿ ਰਹੇ ਨੇ। ਤੇ ਉਹਨੇ ਆਪਣੇ ਪਤੀ ਨੂੰ ਕਿਹਾ ਕਿ ਤੁਸੀਂ ਇੰਨੀ ਸੇਵਾ ਕਰਦੇ ਹੋ, ਤੇ ਤੁਸੀਂ ਜਾ ਕੇ ਗੁਰੂ ਸਾਹਿਬ ਕੋਲੋਂ ਪੁੱਤਰ ਦੀ ਦਾਤ ਮੰਗੋ ਕਿ ਸਾਡੇ ਘਰ ਔਲਾਦ ਹੋਵੇ। ਤੇ ਜਿਹੜਾ ਸਿੱਖ ਸੀ ਉਹਨੇ ਕਿਹਾ ਕਿ ਮੈਂ ਰੋਜ਼ ਇੰਨੇ ਚਮਤਕਾਰ ਦੇਖਣਾ। ਅੰਤਰਜਾਮੀ ਨੇ ਗੁਰੂ ਸਾਹਿਬ, ਤੇ ਮਨ ਦੀਆਂ ਗੱਲਾਂ ਜਾਣ ਲੈਂਦੇ ਨੇ, ਤੇ ਮੰਗਣ ਦੀ ਜ਼ਰੂਰਤ ਨਹੀਂ ਹੈ, ਜਦੋਂ ਉਹ ਠੀਕ ਸਮਝਣਗੇ ਉਦੋਂ ਆਪੇ ਦੇ ਦੇਣਗੇ। ਲੇਕਿਨ ਉਹ ਰੋਜ਼ ਇਹੀ ਗੱਲਾਂ ਹੁੰਦੀਆਂ ਨੇ, ਔਰ ਰੋਜ਼ ਆਸ ਪੜੋਸ ਦੀਆਂ ਜਨਾਨੀਆਂ ਆ ਕੇ ਕਹਿੰਦੀਆਂ ਚੱਲ ਸਾਡੇ ਨਾਲ ਚੱਲ, ਅਸੀਂ ਪੀਰ ਕੋਲ ਲੈ ਜਾਂਦੇ ਹਾਂ, ਤੇਰੇ ਘਰ ਔਲਾਦ ਹੋ ਜਾਏਗੀ। ਤੇ ਉਹ ਰੋਜ਼ ਹੀ ਆਪਣੇ ਆਦਮੀ ਨੂੰ ਕਹਿੰਦੀ ਹੈ ਕਿ ਅੱਜ ਤੁਸੀਂ ਜਾ ਕੇ ਜ਼ਰੂਰ ਮੰਗਣਾ। ਇੱਕ ਦਿਨ ਉਹ ਹਿੰਮਤ ਕਰਦਾ ਔਰ ਜਾ ਕੇ ਗੁਰੂ ਸਾਹਿਬ ਦੇ ਸਾਹਮਣੇ ਖੜਾ ਹੋ ਜਾਂਦਾ। ਤੇ ਗੁਰੂ ਸਾਹਿਬ ਕਹਿੰਦੇ ਤੇਰੀ ਡਿਊਟੀ ਤੇ ਪਿੱਛੇ ਵੇ, ਤੂੰ ਸਾਹਮਣੇ ਆ ਕੇ ਖੜਾ ਹੋ ਗਿਆ ਅੱਜ। ਤੇ ਕਹਿਣ ਲੱਗਾ ਨਹੀਂ, ਅੱਜ ਮੈਂ ਤੁਹਾਡੇ ਕੋਲੋਂ ਕੁਝ ਮੰਗਣਾ ਹੈ। ਉਹਨਾਂ ਨੇ ਕਿਹਾ ਕੀ ਮੰਗਣਾ ਹੈ? ਕਹਿਣ ਲੱਗਿਆ ਮੇਰੇ ਘਰ ਔਲਾਦ ਨਹੀਂ ਹੈ, ਤੇ ਮੈਨੂੰ ਸੰਤਾਨ ਪ੍ਰਾਪਤੀ ਦਾ ਵਰਦਾਨ ਦਿਓ। ਤੇ ਜਿਸ ਵੇਲੇ ਉਹਨੇ ਇਹ ਗੱਲ ਕਹੀ, ਤੇ ਗੁਰੂ ਸਾਹਿਬ ਬਹੁਤ ਗੰਭੀਰ ਹੋ ਗਏ ਔਰ ਬਹੁਤ ਦੇਰ ਤੱਕ ਚੁੱਪ, ਬਿਲਕੁਲ ਇੱਕ ਟਕ ਦੇਖਦੇ ਰਹੇ ਔਰ ਚੁੱਪ ਰਹੇ। ਥੋੜੀ ਦੇਰ ਚੁੱਪ ਰਹਿਣ ਤੋਂ ਬਾਅਦ ਉਹਨਾਂ ਨੇ ਕਿਹਾ ਅਜੇ ਨਹੀਂ। ਤੇ ਇਹ ਸਿੱਖ ਘਰ ਗਿਆ ਜਿਸ ਵੇਲੇ ਸੇਵਾ ਕਰਕੇ, ਤੇ ਇਹਦੀ ਘਰ ਵਾਲੀ ਨੇ ਪੁੱਛਿਆ, ਤੇ ਉਹਨੇ ਕਿਹਾ ਨਹੀਂ, ਗੁਰੂ ਸਾਹਿਬ ਨੇ ਕਿਹਾ ਅਜੇ ਨਹੀਂ। ਫਿਰ ਉਹਨੇ ਥੋੜੀਆਂ ਉਲਟੀਆਂ ਗੱਲਾਂ ਕਰਨੀਆਂ ਸ਼ੁਰੂ ਕਰਤੀਆਂ ਕਿ ਜੇ ਹੁੰਦਾ ਤੇ ਦੇ ਦਿੰਦੇ, ਅਜੇ ਨਹੀਂ ਦਾ ਕੀ ਮਤਲਬ ਹੈ? ਤੇ ਤੁਸੀਂ ਮੰਨਦੇ ਨਹੀਂ ਹੋ, ਮੈਨੂੰ ਸਾਰੇ ਕਹਿ ਰਹੇ ਪੀਰ ਕੋਲ ਚੱਲ ਤੇ ਤੈਨੂੰ ਪੁੱਤਰ ਮਿਲ ਜਾਏਗਾ। ਤੇ ਉਹ ਫਿਰ ਉਹਨੇ ਸਮਝਾਇਆ ਕਿ ਨਹੀਂ, ਗੁਰੂ ਸਾਹਿਬ ਤੇ ਭਰੋਸਾ ਰੱਖਣਾ ਹੈ, ਤੇ ਜ਼ਰੂਰ ਸਾਨੂੰ ਦੇਣਗੇ। ਫਿਰ ਕੁਝ ਸਮੇਂ ਬੀਤ ਗਿਆ, ਫਿਰ ਉਹ ਪਿੱਛੇ ਲੱਗ ਗਈ ਕਿ ਨਹੀਂ, ਅਗਰ ਦੇਣਾ ਤੇ ਦੇ ਦੇਣ, ਅਜੇ ਨਹੀਂ ਕੀ ਹੁੰਦਾ, ਤੂੰ ਅੱਜ ਜਾ ਕੇ ਫਿਰ ਕਹੀਂ। ਉਹਨੇ ਜਾ ਕੇ ਫਿਰ ਗੁਰੂ ਸਾਹਿਬ ਨੂੰ ਕਿਹਾ ਕਿ ਗੁਰੂ ਜੀ ਪੁੱਤਰ ਦੀ ਦਾਤ ਦਿਓ। ਤੇ ਗੁਰੂ ਸਾਹਿਬ ਫਿਰ ਗੰਭੀਰ ਹੋ ਗਏ, ਦੇਖਦੇ ਰਹੇ ਔਰ ਕਾਫੀ ਸਮੇਂ ਬਾਅਦ ਬੋਲੇ ਅਜੇ ਨਹੀਂ। ਫਿਰ ਉਹਨੇ ਘਰ ਆ ਕੇ ਕਿਹਾ ਕਿ ਗੁਰੂ ਸਾਹਿਬ ਕਹਿ ਰਹੇ ਨੇ ਅਜੇ ਨਹੀਂ। ਤੇ ਉਹਨੂੰ ਬਹੁਤ ਗੁੱਸਾ ਆਇਆ। ਉਹਨੇ ਕਿਹਾ ਦੇਖੋ, ਦੇਣਾ ਹੁੰਦਾ ਤੇ ਦੇ ਦਿੰਦੇ, ਹੁਣ ਅਜੇ ਨਹੀਂ ਦਾ ਕੀ ਮਤਲਬ ਹੈ? ਤੇ ਇਹਦਾ ਮਤਲਬ ਉਹ ਨਹੀਂ ਦੇ ਸਕਦੇ, ਤੇ ਤੁਸੀਂ ਆਪਣਾ ਟਾਈਮ ਵੈਸੇ ਹੀ ਲਗਾ ਰਹੇ ਹੋ, ਤੇ ਅਸੀਂ ਕੱਲ ਮੈਂ ਪੀਰ ਬਾਬਾ ਕੋਲ ਜਾਣਾ, ਤੇ ਮੈਂ ਪੁੱਤਰ ਦੀ ਦਾਤ ਲੈ ਕੇ ਆਣੀ ਹੈ। ਇਹ ਮੈਂ ਨਹੀਂ, ਉਹਨਾਂ ਦੇ ਦੇਣਾ ਹੁੰਦਾ ਤੇ ਦੇ ਦਿੰਦੇ। ਤੇ ਉਹ ਜਿਹੜਾ ਭਰੋਸਾ ਸੀ ਉਹ ਸਿੱਖ ਦਾ ਵੀ ਟੁੱਟ ਗਿਆ, ਗੁਰੂ ਤੇ ਜਿਹੜਾ ਭਰੋਸਾ ਸੀ ਉਹ ਟੁੱਟ ਗਿਆ। ਤੇ ਉਹ ਪੀਰ ਬਾਬਾ ਕੋਲ ਚਲੇ ਗਏ। ਉਹ ਜਿਹੜਾ ਉਹਦੀ ਬਹਿਣ ਉੱਠਣ ਵਾਲੀਆਂ ਨਾਲ ਸੰਗੀ ਸੀ ਜਨਾਨੀਆਂ, ਉਹਦੇ ਨਾਲ ਉਹ ਪੀਰ ਬਾਬਾ ਕੋਲ ਚਲੀ ਜਾਂਦੀ ਹੈ। ਤੇ ਜਾ ਕੇ ਉੱਥੇ ਉਹਨੂੰ ਕਹਿੰਦੇ ਨੇ ਕਿ ਵੀ ਸਾਨੂੰ ਪੁੱਤਰ ਦੀ ਦਾਤ ਚਾਹੀਦੀ ਹੈ। ਤੇ ਉਹ ਉਹਨਾਂ ਨੂੰ ਕਹਿੰਦਾ ਹੈ ਕਿ ਤੁਸੀਂ ਉਹ ਸ਼ਮਸ਼ਾਨ ਘਾਟ ਵਿੱਚ ਜਾ ਕੇ, ਇੱਕ ਕਬਰ ਹੈ ਉੱਥੇ ਦੀਵਾ ਜਗਾਓ, ਤੇ ਤੁਹਾਡੇ ਘਰ ਪੁੱਤਰ ਹੋ ਜਾਏਗਾ। ਤੇ ਉਹ ਹੁਣ ਜਾ ਕੇ ਕਰਦੇ ਨੇ ਔਰ ਪੁੱਤਰ ਹੋ ਜਾਂਦਾ, ਤੇ ਬੜੇ ਖੁਸ਼ ਹੁੰਦੇ ਨੇ। ਤੇ ਉਹ ਕਹਿਣ ਲੱਗ ਜਾਂਦੀ ਦੇਖੋ, ਸਾਨੂੰ ਗੁਰੂ ਸਾਹਿਬ ਨੇ ਪੁੱਤਰ ਨਹੀਂ ਦਿੱਤਾ ਔਰ ਸਾਨੂੰ ਇਸ ਪੀਰ ਬਾਬਾ ਨੇ ਪੁੱਤਰ ਦੇ ਦਿੱਤਾ। ਮੈਂ ਤੇ ਸ਼ੁਰੂ ਤੋਂ ਹੀ ਕਹਿ ਰਹੀ ਸੀ ਕਿ ਤੁਸੀਂ ਪੀਰ ਕੋਲ ਚੱਲੋ, ਤੇ ਤੁਸੀਂ ਇੰਨਾ ਟਾਈਮ ਖਰਾਬ ਕੀਤਾ। ਤੇ ਉਹ ਸਿੱਖ ਦਾ ਵੀ ਭਰੋਸਾ ਟੁੱਟ ਜਾਂਦਾ ਹੈ ਔਰ ਉਹ ਵੀ ਜਾ ਕੇ ਸੇਵਾ
ਛੱਡ ਦਿੰਦਾ, ਬੰਦ ਕਰ ਦਿੰਦਾ, ਔਰ ਪੁੱਤਰ ਦੀ ਪਾਲਣਾ ਕਰਨ ਲੱਗ ਜਾਂਦੇ ਨੇ, ਉਹਦੇ 'ਚ ਹੀ ਮਸਤ ਹੋ ਜਾਂਦੇ ਨੇ। ਉਹਨੂੰ ਜਿਉਂ-ਜਿਉਂ ਪੁੱਤਰ ਵੱਡਾ ਹੁੰਦਾ ਹੈ, ਉਹ ਇੰਨਾ ਉਦੰਡ ਨਿਕਲਦਾ ਏ ਕਿ ਹਰ ਕਿਸੇ ਨਾਲ ਝਗੜਾ ਕਰਨਾ, ਹਰ ਕਿਸੇ ਨਾਲ ਲੜਾਈ ਕਰਨਾ, ਮਾਰ ਪਿਟਾਈ ਕਰਨਾ, ਤੇ ਸਾਰੇ ਪਾਸੋਂ ਉਲਾਮੇ ਆਉਂਦੇ ਰਹਿੰਦੇ ਨੇ, ਤੇ ਉਹ ਉਹਦੇ ਝਗੜੇ ਹੀ ਨਿਪਟਾਉਂਦੇ ਰਹਿੰਦੇ ਨੇ। ਲੇਕਿਨ ਪੂਰੇ ਉਸ ਪਿੰਡ ਦੇ ਲੋਕ ਉਹਦੇ ਤੋਂ ਬਹੁਤ ਪਰੇਸ਼ਾਨ ਨੇ। ਹੁਣ ਇਹਨਾਂ ਦਾ ਤੇ ਪੁੱਤਰ ਹੈ, ਤੇ ਪੁੱਤਰ ਦਾ ਕੀ ਕਰਨ, ਤੇ ਉਹ ਕਿਸੇ ਦਾ ਨੁਕਸਾਨ ਕਰ ਆਂਦਾ, ਨੁਕਸਾਨ ਭਰਦੇ ਨੇ, ਜੋ ਵੀ ਨੇ ਉਹ ਇਹ ਫੈਸਲੇ ਨਿਪਟਾਉਂਦੇ ਰਹਿੰਦੇ ਨੇ। ਫਿਰ ਉਹ ਜਵਾਨ ਹੁੰਦਾ, ਉਹਦਾ ਵਿਆਹ ਹੋ ਜਾਂਦਾ। ਉਹ ਜਿਸ ਵੇਲੇ ਜਵਾਨ ਹੋ ਜਾਂਦਾ ਤੇ ਉਹ ਇੱਕ ਦਿਨ ਉਹਦੇ ਪੇਟ ਵਿੱਚ ਐਸਾ ਦਰਦ ਉੱਠਦਾ ਹੈ, ਨਹੀਂ ਵਿਆਹ ਨਹੀਂ ਹੁੰਦਾ, ਸੌਰੀ, ਜਵਾਨ ਹੁੰਦਾ ਹੈ 22 ਸਾਲ ਦਾ, ਉਹਦੇ ਪੇਟ ਵਿੱਚ ਇੱਕ ਦਿਨ ਐਸਾ ਦਰਦ ਉੱਠਦਾ ਹੈ ਕਿ ਉਹ ਤੜਫਣ ਲੱਗ ਜਾਂਦਾ ਹੈ, ਔਰ ਕਿੰਨਾ ਦਵਾ ਦਾਰੂ ਕਰਨ ਤੋਂ ਬਾਅਦ ਵੀ ਉਹ ਨਹੀਂ ਬਚਦਾ, ਉਹਦੇ ਪ੍ਰਾਣ ਨਿਕਲ ਜਾਂਦੇ ਨੇ। ਹੁਣ ਉਹ ਜਿਹੜੀ ਉਹਦੀ ਘਰਵਾਲੀ, ਉਹ ਕਹਿੰਦੀ ਏ ਕਿ ਇਹਦੇ ਸਰੀਰ ਨੂੰ ਚੁੱਕ ਕੇ, ਮ੍ਰਿਤ ਸਰੀਰ ਨੂੰ ਚੁੱਕ ਕੇ ਗੁਰੂ ਗੋਬਿੰਦ ਸਿੰਘ ਜੀ ਕੋਲ ਚੱਲੋ, ਉਹ ਇਸ ਮੁਰਦੇ 'ਚ ਜਾਨ ਪਾ ਸਕਦੇ ਨੇ। ਫਿਰ ਯਾਦ ਆ ਜਾਂਦੀ ਗੁਰੂ ਦੀ, ਤੇ ਉਹ ਕਹਿੰਦਾ ਇੰਨਾ ਸਾਲ ਅਸੀਂ ਗਏ ਨਹੀਂ। ਉਹ ਕਹਿੰਦੀ ਨਹੀਂ, ਪੁੱਤਰ ਦਾ ਮੋਹ ਜਿਹੜਾ ਹਾਵੀ ਹੋ ਜਾਂਦਾ, ਤੇ ਉਹ ਪੁੱਤਰ ਦੇ ਸਰੀਰ ਨੂੰ ਲੈ ਕੇ ਗੁਰੂ ਸਾਹਿਬ ਕੋਲ ਪਹੁੰਚ ਜਾਂਦੇ ਨੇ, ਔਰ ਉਹਨਾਂ ਦੇ ਅੱਗੇ ਉਹਨੂੰ ਲੰਮਾ ਪਾ ਕੇ ਕਹਿੰਦੇ ਨੇ ਕਿ ਸਾਡੇ ਕੋਲੋਂ ਗਲਤੀ ਹੋਈ ਏ, ਅਸੀਂ ਭੁੱਲ ਗਏ ਆ, ਤੇ ਤੁਸੀਂ ਹੁਣ ਸਾਡੇ ਪੁੱਤਰ ਨੂੰ ਜਿੰਦਾ ਕਰੋ, ਇਹਦੇ ਬਿਨਾਂ ਸਾਡੀ ਕੋਈ ਜ਼ਿੰਦਗੀ ਨਹੀਂ ਹੈ। ਤੇ ਗੁਰੂ ਸਾਹਿਬ ਫਿਰ ਗੰਭੀਰ ਹੋ ਜਾਂਦੇ ਨੇ, ਤੇ ਉਹ ਕਹਿੰਦੇ ਨੇ ਕਿ ਜਿਹੜੀ ਚੀਜ਼ ਜੋ ਪਰਮਾਤਮਾ ਨੇ ਲੈ ਲਈ ਵਾਪਸ, ਉਹਨੂੰ ਨਹੀਂ ਜਿੰਦਾ ਕੀਤਾ ਜਾ ਸਕਦਾ। ਪਰ ਇਹ ਬਹੁਤ ਹੀ ਰੋਂਦੇ ਨੇ, ਬਹੁਤ ਅਰਦਾਸਾਂ ਕਰਦੇ ਨੇ ਕਿ ਇੱਕ ਵਾਰੀ ਸਾਡੇ ਪੁੱਤਰ ਨੂੰ ਜਿੰਦਾ ਕਰ ਦਿਓ। ਤੇ ਗੁਰੂ ਸਾਹਿਬ ਫਿਰ ਜਾਣੀ ਜਾਣ ਨੇ, ਔਰ ਜਾਣਦੇ ਨੇ, ਔਰ ਸੰਗਤ ਨੂੰ ਇਹ ਸਬਕ ਸਿਖਾਣਾ ਹੈ, ਤੇ ਗੁਰੂ ਸਾਹਿਬ ਜਲ ਮੰਗਵਾਉਂਦੇ ਨੇ, ਔਰ ਉਹਦੇ ਤੇ ਛਿੜਕਦੇ ਨੇ, ਤੇ ਉਹ ਉੱਠ ਕੇ ਬੈਠ ਜਾਂਦਾ। ਜਿਸ ਵੇਲੇ ਉਹ ਬੇਟਾ ਉੱਠ ਕੇ ਬੈਠਦਾ ਉਹਨਾਂ ਦਾ, ਤੇ ਮਾਂ ਪਿਓ ਗਲੇ ਮਿਲਦੇ ਨੇ ਉਹਦੇ, ਤੇ ਉਹ ਧੱਕਾ ਦੇ ਦਿੰਦਾ ਉਹਨਾਂ ਨੂੰ ਕਿ ਮੇਰੇ ਗਲੇ ਮਿਲਣ ਦੀ ਲੋੜ ਨਹੀਂ ਹੈ, ਮੇਰਾ ਤੁਹਾਡਾ ਹਿਸਾਬ ਕਿਤਾਬ ਖਤਮ ਹੋ ਗਿਆ, ਮੈਂ ਤੇ ਆਪਣਾ ਹਿਸਾਬ ਕਰਨ ਆਇਆ ਸੀ। ਤੇ ਉਹ ਬੜੇ ਹੈਰਾਨ ਹੁੰਦੇ, ਤੂੰ ਸਾਡਾ ਕੀ ਹਿਸਾਬ ਕਰਨ ਆਇਆ ਸੀ ਸਾਡੇ ਨਾਲ? ਤੇ ਫਿਰ ਉਹ ਗੁਰੂ ਸਾਹਿਬ ਵੱਲ ਦੇਖਦੇ ਨੇ, ਤੇ ਗੁਰੂ ਸਾਹਿਬ ਕਹਿੰਦੇ ਨੇ ਆਪ ਹੀ ਦੱਸੇਗਾ, ਕਿਉਂਕਿ ਤੁਹਾਨੂੰ ਸਾਡੇ ਤੇ ਭਰੋਸਾ ਆਏ ਨਾ ਆਏ, ਤੇ ਇਹ ਆਪਣੇ ਮੂੰਹ ਆਪ ਹੀ ਬੋਲੇਗਾ। ਤੇ ਉਹ ਫਿਰ ਕਹਿੰਦਾ ਏ ਕਿ ਯਾਦ ਕਰੋ ਉਸ ਸਮੇਂ 25 ਸਾਲ ਪਹਿਲੇ ਤੁਹਾਡੇ ਘਰ ਇੱਕ ਸਾਧੂ ਆਇਆ ਸੀ, ਔਰ ਤੁਸੀਂ ਉਸ ਸਾਧੂ ਨੂੰ ਘਰ ਲੈ ਗਏ, ਔਰ ਉਹਨੂੰ ਭੋਜਨ ਕਰਾਇਆ, ਉਹਦੀ ਸੇਵਾ ਕੀਤੀ। ਉਸ ਸਾਧੂ ਕੋਲ ਸੋਨੇ ਦੀ ਛੜੀ ਸੀ, ਜਿਹੜੀ ਸਾਧੂ ਛੜੀ ਹੱਥ ਵਿੱਚ ਰੱਖਦੇ ਨੇ, ਉਹਦੇ ਕੋਲ ਸੋਨੇ ਦੀ ਛੜੀ ਸੀ। ਤੁਹਾਡਾ ਮਨ ਬੇਈਮਾਨ ਹੋ ਗਿਆ, ਔਰ ਤੁਹਾਨੂੰ ਲੱਗਾ ਕਿ ਇਸ ਸਾਧੂ ਦੀ ਅਸੀਂ ਛੜੀ ਚੁਰਾ ਲੈਂਦੇ ਆ। ਤੁਸੀਂ ਉਸ ਸਾਧੂ ਦੀ ਛੜੀ ਚੁਰਾ ਲਈ, ਤੇ ਉਹਨਾਂ ਨੂੰ ਯਾਦ ਆ ਜਾਂਦਾ ਕਿ ਹਾਂ ਇਸ ਤਰ੍ਹਾਂ ਹੋਇਆ, ਤੇ ਉਹ ਸਾਧੂ ਦੀ ਤੁਸੀਂ ਛੜੀ ਚੁਰਾ ਲਈ। ਜਿਸ ਵੇਲੇ ਸਵੇਰੇ ਉੱਠ ਕੇ ਸਾਧੂ ਨੇ ਤੁਹਾਨੂੰ ਕਿਹਾ ਕਿ ਮੇਰੀ ਛੜੀ ਇੱਥੇ ਪਈ ਸੀ, ਮੇਰੀ ਛੜੀ ਕਿੱਥੇ ਗਈ, ਤੇ ਤੁਸੀਂ ਮੁੱਕਰ ਗਏ ਕਿ ਨਹੀਂ ਸਾਨੂੰ ਨਹੀਂ ਪਤਾ। ਤੇ ਉਹ ਸਾਧੂ ਕਹਿਣ ਲੱਗਾ ਮੇਰੀ ਛੜੀ ਦੇ ਦਿਓ ਵਾਪਸ। ਲੇਕਿਨ ਤੁਸੀਂ ਉਹਦੇ ਨਾਲ ਝਗੜਾ ਕੀਤਾ, ਔਰ ਤੁਸੀਂ ਬਹੁਤ ਰੌਲਾ ਪਾਇਆ, ਪੂਰਾ ਤੁਸੀਂ ਪਿੰਡ ਇਕੱਠਾ ਕਰ ਲਿਆ ਕਿ ਦੇਖੋ ਨਾਲੇ ਤੇ ਅਸੀਂ ਘਰ ਰਹਿਣ ਦੀ ਜਗ੍ਹਾ ਦਿੱਤੀ, ਨਾਲੇ ਇਹਨੂੰ ਰੋਟੀ ਪਾਣੀ ਖਵਾਇਆ, ਮੈਂ ਸਾਡੇ ਤੇ ਹੁਣ ਚੋਰੀ ਦਾ ਇਲਜ਼ਾਮ ਲਗਾ ਰਿਹਾ। ਤੇ ਸਾਰੇ ਬੰਦੇ ਪਿੰਡ ਦੇ ਤੁਹਾਡੇ ਵੱਲ ਹੋ ਗਏ, ਤੇ ਸਾਧੂ ਨੂੰ ਧੱਕੇ ਮਾਰ ਕੇ ਉਸ ਪਿੰਡ ਚੋਂ ਕੱਢ ਦਿੱਤਾ ਗਿਆ ਕਿ ਸਾਧੂ ਹੋ ਕੇ ਇਹੋ ਜਿਹੇ ਕੰਮ ਕਰਨਾ ਹੈ। ਤੇ ਉਹ ਸਾਧੂ ਇੰਨਾ ਦੁਖੀ ਹੋਇਆ, ਇੰਨਾ ਦੁਖੀ ਹੋਇਆ ਕਿ ਉਹ ਸਾਧੂ ਨੇ ਆਤਮ ਹੱਤਿਆ ਕਰ ਲਈ ਕਿ ਮੈਂ ਇੰਨੀ ਬਦਨਾਮੀ ਸਹਿਨ ਨਹੀਂ ਕਰ ਸਕਦਾ, ਚੋਰੀ ਦਾ ਉਹਦੇ ਤੇ ਇਲਜ਼ਾਮ ਲੱਗ ਗਿਆ। ਤੇ ਹੁਣ ਮੈਂ ਆਪਣਾ ਬਦਲਾ ਚੁਕਾਉਣ ਲਈ ਮੇਰੀ ਆਤਮਾ ਮੌਕਾ ਢੂੰਡਦੀ ਰਹੀ। ਜਿਸ ਵੇਲੇ ਤੁਸੀਂ ਦਸਮ ਪਿਤਾ ਕੋਲ ਆਏ, ਔਰ ਤੁਸੀਂ ਕਿਹਾ ਕਿ ਸਾਨੂੰ ਪੁੱਤਰ ਦੀ ਦਾਤ ਚਾਹੀਦੀ ਏ, ਤੇ ਮੈਂ ਤੇ ਤਿਆਰ ਹੀ ਬੈਠਾ ਸੀ ਤੁਹਾਡੇ ਘਰ ਜਨਮ ਲੈਣ ਨੂੰ। ਤੇ ਦਸਮ ਪਿਤਾ ਜਿਸ ਵੇਲੇ ਗੰਭੀਰ ਹੋ ਗਏ, ਮੈਂ ਫਟਾਫਟ ਆਇਆ, ਔਰ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਜਾਣ ਨੂੰ ਤਿਆਰ ਹਾਂ। ਤੇ ਉਹਨਾਂ ਨੇ ਮੇਰੇ ਮੂੰਹ ਤੇ ਚਪੇੜ ਮਾਰੀ ਕਿ ਨਹੀਂ, ਇਹ ਸਿੱਖ ਬਹੁਤ ਸੇਵਾ ਕਰਦਾ ਹੈ, ਤੇ ਇਹਦੇ ਕਰਮ ਕੱਟਣੇ ਨੇ, ਤੇ ਉਹਨਾਂ ਨੇ ਮੈਨੂੰ ਭਜਾ ਦਿੱਤਾ। ਫਿਰ ਤੁਸੀਂ ਦੂਜੀ ਵਾਰੀ ਉਹਨਾਂ ਨਾਲ ਜਿਸ ਵੇਲੇ ਕਿਹਾ ਸਾਨੂੰ ਪੁੱਤਰ ਦੀ ਦਾਤ ਚਾਹੀਦੀ ਹੈ, ਫਿਰ ਮੈਂ ਦੌੜ ਕੇ ਗਿਆ ਕਿ ਹਾਂ ਮੈਂ ਜਾਣਾ ਵਾਂ। ਫਿਰ ਉਹਨਾਂ ਨੇ ਮੈਨੂੰ ਚਪੇੜ ਮਾਰੀ ਔਰ ਭਜਾ ਦਿੱਤਾ ਕਿ ਨਹੀਂ, ਇਹ ਸਿੱਖ ਬਹੁਤ ਸੇਵਾ ਕਰਦਾ ਹੈ, ਹੌਲੀ ਹੌਲੀ ਸੇਵਾ ਕਰਕੇ ਇਹਦੇ ਕਰਮ ਕੱਟ ਜਾਣਗੇ। ਲੇਕਿਨ ਤੀਜੀ ਵਾਰੀ ਤੁਸੀਂ ਗੁਰੂ ਸਾਹਿਬ ਕੋਲ ਗਏ ਹੀ ਨਹੀਂ। ਤੀਜੀ ਵਾਰੀ ਤੁਸੀਂ ਉਹ ਪੀਰ ਕੋਲ ਚਲੇ ਗਏ, ਤੇ ਮੈਂ ਤੇ ਇੰਤਜ਼ਾਰ ਹੀ ਕਰ ਰਿਹਾ ਸੀ, ਤੇ ਉਸ ਪੀਰ ਨੇ ਤੁਹਾਨੂੰ ਮੇਰੀ ਕਬਰ ਤੇ ਦੀਵਾ ਜਗਾਉਣ ਲਈ ਕਿਹਾ, ਔਰ ਤੁਸੀਂ ਜਿਸ ਵੇਲੇ ਦੀਵਾ ਜਗਾਇਆ, ਤੇ ਮੈਂ ਤੇ ਇੰਤਜ਼ਾਰ ਕਰ ਰਿਹਾ ਸੀ, ਮੈਂ ਤੁਹਾਡੇ ਗਰਭ 'ਚ ਪ੍ਰਵੇਸ਼ ਕਰਤਾ, ਤੁਹਾਡੇ ਘਰ ਜਨਮ ਲੈ ਲਿਆ। ਉਹ ਜਿਹੜਾ ਤੁਸੀਂ ਮੇਰੀ ਛੜੀ ਚੁਰਾਈ ਸੀ, ਉਹ ਜਿਹੜਾ ਕਰਜ਼ਾ ਹੁਣ ਬਰਾਬਰ ਹੋ ਗਿਆ ਤੁਹਾਡਾ ਮੇਰਾ ਕੋਈ ਸੰਬੰਧ ਨਹੀਂ ਹੈ। ਤੇ ਉਹਨੇ ਉਸੇ ਟਾਈਮ ਸ਼ਰੀਰ ਛੱਡ ਦਿੱਤਾ। ਤੇ
ਕਿੰਨਾ ਭਰੋਸਾ ਗੁਰੂ ਤੇ ਹੋਣਾ ਚਾਹੀਦਾ ਹੈ, ਤੇ ਸਾਨੂੰ ਕਿੰਨਾ ਸ਼ੰਕਾ ਹੋ ਜਾਂਦਾ ਹੈ ਕਿ ਅਗਰ ਗੁਰੂ ਕੋਈ ਚੀਜ਼ ਨਹੀਂ ਦੇ ਰਿਹਾ, ਉਹਦੇ ਪਿੱਛੇ ਬਹੁਤ ਗਹਿਰਾ ਰਾਜ ਹੈ। ਅਗਰ ਕੋਈ ਅਸੀਂ ਜੋ ਸਾਡੇ ਮਨ ਦੀ ਮੁਰਾਦ ਪੂਰੀ ਨਹੀਂ ਹੋ ਰਹੀ, ਉਹਦੇ ਪਿੱਛੇ ਬਹੁਤ ਗਹਿਰਾ ਰਾਜ ਹੈ। ਫਿਰ ਉਹਨਾਂ ਦੋਨਾਂ ਨੇ ਰੋ ਰੋ ਕੇ ਮਾਫੀ ਮੰਗੀ, ਪਰ ਹੁਣ ਤੇ ਕੁਝ ਹੋ ਨਹੀਂ ਸਕਦਾ ਨਾ। ਲੇਕਿਨ ਗੁਰੂ ਤੇ ਸ਼ੰਕਾ ਕਿੰਨੀ ਦੂਰ ਲੈ ਗਿਆ, ਕਿੰਨੀ ਦੂਰ ਲੈ ਗਿਆ ਕਿ ਪੂਰੀ ਜ਼ਿੰਦਗੀ ਉਥਲ ਪੁਥਲ ਹੋ ਗਈ। ਤੇ ਇਸ ਵਾਸਤੇ ਸਾਨੂੰ ਇਹ ਚੀਜ਼ ਦਾ ਧਿਆਨ ਰੱਖਣਾ ਹੈ ਕਿ ਜਿਹਦੇ ਤੇ ਅਸੀਂ ਭਰੋਸਾ ਕਰ ਰਹੇ ਹਾਂ, ਜਿਹਦੇ ਕਹਿਣੇ ਤੇ ਅਸੀਂ ਚੱਲ ਰਹੇ ਹਾਂ, ਜਿਹਨੂੰ ਅਸੀਂ ਗੁਰੂ ਮੰਨਿਆ, ਮੈਂਟਰ ਮੰਨਿਆ, ਕੀ ਸਾਨੂੰ ਉਹਦੇ ਤੇ ਭਰੋਸਾ ਹੈ? ਔਰ ਅਗਰ ਸਾਨੂੰ ਭਰੋਸਾ ਨਹੀਂ ਹੈ ਤੇ ਫਿਰ ਸਾਡੀ ਜ਼ਿੰਦਗੀ 'ਚ ਬਹੁਤ ਉਥਲ ਪੁਥਲ ਹੋ ਜਾਂਦੀ ਹੈ, ਔਰ ਕਈ ਜਨਮ ਫਿਰ ਲੱਗ ਜਾਂਦੇ ਨੇ ਵਾਪਸ ਉਸ ਅਵਸਥਾ ਵਿੱਚ ਆਉਣ ਲਈ। ਬਹੁਤ ਸਾਰੇ ਲੋਕ ਪਤਰੀ ਸਰਕਲੋਂ ਪੁੱਛਦੇ ਸੀ ਕਿ ਜਿਹੜੇ ਬੰਦੇ ਛੱਡ ਕੇ ਚਲੇ ਜਾਂਦੇ ਨੇ, ਤੁਹਾਡੇ ਕੋਲ ਆਉਂਦੇ ਨੇ ਔਰ PSSM ਵਿੱਚ ਕੁਝ ਟਾਈਮ ਰਹਿੰਦੇ ਨੇ, ਸੇਵਾ ਕਰਦੇ ਨੇ ਔਰ ਫਿਰ ਛੱਡ ਕੇ ਚਲੇ ਜਾਂਦੇ ਨੇ, ਜਾ ਕੇ ਤੁਹਾਡੀ ਬੁਰਾਈ ਵੀ ਕਰਦੇ ਨੇ ਔਰ ਫਿਰ ਕੁਝ ਸਾਲਾਂ ਬਾਅਦ ਵਾਪਸ ਵੀ ਆ ਜਾਂਦੇ ਨੇ, ਔਰ ਤੁਸੀਂ ਫਿਰ ਉਹਨਾਂ ਨੂੰ ਸਟੇਜ ਤੇ ਉਸੇ ਤਰ੍ਹਾਂ ਹੀ ਬਿਠਾਉਂਦੇ ਹੋ ਜਿਸ ਤਰ੍ਹਾਂ ਪਹਿਲੇ ਬਿਠਾਉਂਦੇ ਸੀ। ਤੇ ਸਾਨੂੰ ਬੜੀ ਹੈਰਾਨੀ ਹੁੰਦੀ ਹੈ ਕਿ ਤੁਸੀਂ ਇਹ ਫਿਰ ਇੰਨਾ ਗਲਤ ਕਰਕੇ ਆਏ, ਇੰਨੀ ਬਦਨਾਮੀ ਕਰਾ ਕੇ ਆਏ, ਇੰਨਾ ਸਭ ਕੁਝ ਪ੍ਰਚਾਰ ਗਲਤ ਕਰਕੇ ਆਏ ਤੁਹਾਡੇ ਬਾਰੇ ਵਿੱਚ, PSSM ਦੇ ਬਾਰੇ, ਫਿਰ ਤੁਸੀਂ ਬਰਾਬਰ ਆਪਣੇ ਨਾਲ ਸਟੇਜ ਤੇ ਬਿਠਾ ਲਿਆ। ਤੇ ਉਹ ਕਹਿਣ ਲੱਗੇ ਮੇਰਾ ਕੰਮ ਹੈ ਗਿਰੇ ਹੋਏ ਨੂੰ ਉਠਾਣਾ, ਗਲੇ ਲਗਾਣਾ, ਤੁਸੀਂ ਆਪਣੀ ਬੁੱਧੀ ਨਾਲ ਚੱਲੋ। ਲੇਕਿਨ ਅਗਰ ਮੈਂ ਉਹਨੂੰ ਬਰਾਬਰ ਬਿਠਾ ਵੀ ਰਿਹਾ ਆਪਣੇ, ਉਹਨੂੰ ਉਹ ਆਦਰ ਮਾਨ ਦੇ ਵੀ ਰਿਹਾ, ਆਤਮਾ ਦੇ ਸਤਰ ਤੇ ਉਹ ਸਭ ਤੋਂ ਪਿੱਛੇ ਹੀ ਹੈ। ਕਿਉਂਕਿ ਜਿਸ ਵੇਲੇ ਉਹ ਛੱਡ ਕੇ ਗਿਆ, ਲਾਈਨ ਚੋਂ ਨਿਕਲ ਕੇ ਬਾਹਰ ਗਿਆ, ਉਹਦੇ ਬਾਅਦ ਕਿੰਨੀ ਲਾਈਨ ਲੰਬੀ ਹੋ ਗਈ। ਹੁਣ ਉਹ ਉਸੇ ਜਗ੍ਹਾ ਤੇ ਆ ਕੇ ਨਹੀਂ ਖੜਾ ਹੋ ਸਕਦਾ, ਹੁਣ ਉਹ ਆਖਰੀ ਵਿੱਚ ਸਭ ਤੋਂ ਆਖਰੀ ਨੰਬਰ ਤੇ ਰਹੇਗਾ। ਫਿਰ ਉਹਨੂੰ ਉਹ ਅਵਸਥਾ ਪਾਉਣ ਲਈ ਫਿਰ ਬਹੁਤ ਮਿਹਨਤ ਕਰਨੀ ਪਏਗੀ। ਤੇ ਤੁਸੀਂ ਇਹ ਨਹੀਂ ਸੋਚੋ ਕਿ ਮੇਰੇ ਨਾਲ ਬੈਠਾ ਮੈਂ ਤੇ ਜਿਹੜਾ ਆਏਗਾ, ਜਿਸ ਤਰ੍ਹਾਂ ਬੱਚਾ ਭੁੱਲਾ ਹੋਇਆ ਘਰ ਵਾਪਸ ਆਂਦਾ, ਮਾਤਾ ਪਿਤਾ ਗਲੇ ਲਗਾ ਲੈਂਦੇ ਨੇ, ਮੇਰਾ ਤੇ ਕੰਮ ਹੈ ਗਲੇ ਲਗਾਣਾ। ਤੇ ਬਹੁਤ ਗਹਿਰੀਆਂ ਗੱਲਾਂ ਹੁੰਦੀਆਂ ਨੇ ਤੇ ਸਾਨੂੰ ਲੱਗਦਾ ਹੈ ਕਿ ਇੰਜ ਕਿਉਂ ਕਰ ਰਹੇ ਨੇ। ਤੇ ਗੁਰੂ ਤੇ ਕਦੀ ਵੀ ਸ਼ੰਕਾ ਨਹੀਂ ਕਰਨਾ ਚਾਹੀਦਾ, ਔਰ ਇਹ ਵੀ ਨਹੀਂ ਸੋਚਣਾ ਚਾਹੀਦਾ ਗੁਰੂ ਇੰਜ ਕਰ ਰਿਹਾ ਤੇ ਅਸੀਂ ਵੀ ਇੰਜ ਹੀ ਕਰੀਏ। ਨਹੀਂ, ਕਾਪੀ ਵੀ ਨਹੀਂ ਕਰਨਾ, ਆਪਣੀ ਬੁੱਧੀ ਨਾਲ ਚੱਲਣਾ, ਕਿਉਂਕਿ ਗੁਰੂ ਨੇ ਸਾਨੂੰ ਸੱਚ ਦਿੱਤਾ, ਝੂਠ ਨਹੀਂ ਦਿੱਤਾ, ਤੇ ਸੱਚ ਸਾਡੀ ਆਤਮਾ ਜਾਣਦੀ ਹੈ। ਤੇ ਐਸੇ ਵਾਸਤੇ ਪਤਰੀ ਸਰ ਬਾਰ-ਬਾਰ ਕਹਿੰਦੇ ਸੀ ਆਪਣੀ ਅੰਦਰ ਦੀ ਆਵਾਜ਼ ਸੁਣੋ, ਬਾਹਰੋਂ ਕਿਸੇ ਮਾਸਟਰ ਦੀ ਜਾਂ ਕਿਸੇ ਦੀ ਆਵਾਜ਼ ਨਾ ਸੁਣੋ। ਔਰ ਅਗਰ ਤੁਹਾਨੂੰ ਕੋਈ ਮੈਸੇਜ ਵੀ ਆਂਦਾ ਹੈ ਧਿਆਨ ਵਿੱਚ, ਉਹਦੇ ਤੇ ਵੀ ਵਿਚਾਰ ਕਰਕੇ ਚੱਲੋ। ਹੈ ਨਹੀਂ ਕਿ ਮੈਸੇਜ ਆ ਗਿਆ ਤੇ ਮੈਂ ਚੱਲ ਪੈਣਾ। ਇੱਥੇ ਮੈਂ ਤੁਹਾਨੂੰ ਇੱਕ ਐਕਸਪੀਰੀਅੰਸ ਸ਼ੇਅਰ ਕਰਾਂ ਕਿ ਪਤਰੀ ਮੈਡਮ ਜਿਸ ਵੇਲੇ ਹਾਂਗਕਾਂਗ ਗਏ ਸਰ ਨਾਲ, ਤੇ ਉਹ ਕਹਿੰਦੇ ਨੇ ਕਿ ਮੈਨੂੰ ਸਾੜੀਆਂ ਦਾ ਬੜਾ ਸ਼ੌਂਕ ਸੀ, ਬੜੀਆਂ ਸਾੜੀਆਂ ਖਰੀਦ ਕੇ ਲਿਆਏ, ਔਰ ਆਏ ਜਿਸ ਵੇਲੇ ਇੰਡੀਆ ਤੇ ਧਿਆਨ ਤੇ ਕਰਦੇ ਹੀ ਸੀ, ਤੇ ਉਹਨਾਂ ਨੂੰ ਧਿਆਨ ਚ ਆਵਾਜ਼ ਆਈ ਕਿ ਰੰਗਦਾਰ ਸਾੜੀਆਂ ਨਹੀਂ ਪਹਿਨੀਆਂ, ਭਗਵੀਆਂ ਸਾੜੀਆਂ ਪਹਿਨੀਆਂ ਨੇ। ਉਹਨਾਂ ਨੇ ਪਤਰੀ ਸਰ ਨੂੰ ਕਿਹਾ ਕਿ ਮੈਨੂੰ ਇਸ ਤਰ੍ਹਾਂ ਆਵਾਜ਼ ਆ ਰਹੀ ਹੈ ਕਿ ਸਾਰੀਆਂ ਸਾੜੀਆਂ ਦੇ ਦੇ ਔਰ ਭਗਵੀਆਂ ਸਾੜੀਆਂ ਖਰੀਦ ਲੈ, ਇਹੀ ਸਾੜੀਆਂ ਪਹਿਨੀਆਂ। ਤੇ ਪਤਰੀ ਸਰ ਨੇ ਕਿਹਾ ਕਿ ਥੋੜਾ ਵੇਟ ਕਰੋ, ਅਗਰ ਇਹ ਮੈਸੇਜ ਬਾਰ-ਬਾਰ ਆਂਦਾ ਹੈ ਤੇ ਫਿਰ ਇਹਦੇ ਤੇ ਸੋਚਣਾ, ਹੁਣ ਆਇਆ ਤੇ ਬਸ ਇਹੀ ਕਰੋ ਤੇ ਇਹਦੇ ਤੇ ਚੱਲ ਪਾਓ, ਔਰ ਫਿਰ ਬਾਅਦ ਚੋਂ ਕੋ ਮੈਨੂੰ ਹੁਣ ਥੋੜੇ ਦਿਨ ਬਾਅਦ ਦੂਜਾ ਮੈਸੇਜ ਆ ਗਿਆ ਤੇ ਉਹ ਠੀਕ ਨਹੀਂ ਹੈ। ਪਹਿਲੇ ਇਹਦੇ ਤੇ ਬਹੁਤ ਵਿਚਾਰ ਕਰੋ ਕਿ ਇਹ ਮੈਸੇਜ ਕਿੱਥੋਂ ਆਇਆ, ਕਿਸ ਤਰ੍ਹਾਂ ਆਇਆ, ਫਿਰ ਇਹਦੇ ਤੇ ਅਮਲ ਕਰਨਾ। ਲੇਕਿਨ ਮੈਡਮ ਇਹ ਕਹਿੰਦੇ ਨੇ ਕਿ ਬਾਰ-ਬਾਰ ਉਹ ਮੈਸੇਜ ਮੈਨੂੰ ਆਇਆ ਤੇ ਮੈਂ ਆਪਣਾ ਸਾਰੀਆਂ ਸਾੜੀਆਂ ਦੇ ਕੇ ਭਗਵੇ ਰੰਗ ਦੀਆਂ ਸਾੜੀਆਂ ਲੈ ਲਈਆਂ, ਔਰ ਕਿਤਨੇ 2-3 ਸਾਲ ਉਹ ਇਹੀ ਪਾਉਂਦੇ ਰਹੇ। ਸਰ ਨੇ ਉਹਨਾਂ ਨੂੰ ਨਹੀਂ ਟੋਕਿਆ ਕਿ ਜੋ ਤੁਹਾਨੂੰ ਆ ਰਿਹਾ ਕਰੋ, ਲੇਕਿਨ ਉਹ ਧੀਰੇ ਧੀਰੇ ਫਿਰ ਉਹਨਾਂ ਨੂੰ ਆਇਆ ਕਿ ਨਹੀਂ, ਮੈਂ ਹੁਣ ਇਹ ਸਾੜੀਆਂ ਛੱਡ ਕੇ ਰੰਗਦਾਰ ਸਾੜੀਆਂ ਪਾਣੀਆਂ ਨੇ। ਤੇ ਫਿਰ ਉਹ ਕਹਿੰਦੇ ਨੇ ਕਿ ਮੈਨੂੰ ਅੰਦਰੋਂ ਹੀ ਮਾਸਟਰਸ ਨੇ ਜਵਾਬ ਦਿੱਤਾ ਕਿ ਤੇਰੇ ਅੰਦਰ ਬੜਾ ਮੋਹ ਸੀ ਸਾੜੀਆਂ ਵਾਸਤੇ, ਤੇਰਾ ਮੋਹ ਤੋੜਨ ਲਈ ਇਹ ਰਸਤਾ ਬਣਾਇਆ, ਔਰ ਤੂੰ ਆਪਣੀ ਹੱਥੀ ਦਿੱਤੀਆਂ ਸਾੜੀਆਂ ਤੇ ਹੁਣ ਤੇਰਾ ਮੋਹ ਟੁੱਟ ਗਿਆ ਔਰ ਹੁਣ ਤੂੰ ਪਾ ਸਕਣੀ ਹੈ ਰੰਗਦਾਰ ਸਾੜੀਆਂ। ਤੇ ਫਿਰ ਉਹਨਾਂ ਨੇ ਰੰਗਦਾਰ ਸਾੜੀਆਂ ਪਾਣੀਆਂ ਸ਼ੁਰੂ ਕੀਤੀਆਂ। ਤੇ ਹੁਣ ਅੱਜ ਉਹ ਕਹਿੰਦੇ ਨੇ ਕਿ ਮੈਨੂੰ, ਮੈਂ ਪਾਨੀ ਆ, ਖਰੀਦਨੀ ਆ, ਮੈਨੂੰ ਲੋਕ ਵੀ ਇੰਨਾ ਕੁਝ ਦੇ ਜਾਂਦੇ ਨੇ, ਪਰ ਮੇਰਾ ਮੋਹ ਨਹੀਂ ਹੈ, ਮੈਂ ਨਾਲ ਦੇ ਨਾਲ ਦੂਜਿਆਂ ਨੂੰ ਵੰਡ ਦਿੰਨੀ ਆ। ਤੇ ਇਸ ਵਾਸਤੇ ਕਿਸੇ ਵੀ ਚੀਜ਼ ਤੇ ਅੱਖਾਂ ਬੰਦ ਕਰਕੇ ਚੱਲ ਪੈਣਾ ਕਿ ਮੈਨੂੰ ਤੇ ਆ ਗਿਆ, ਮੈਨੂੰ ਤੇ ਮੈਸੇਜ ਮਿਲ ਗਿਆ, ਮੈਂ ਇੰਝ ਹੀ ਕਰਨਾ, ਨਹੀਂ। ਸੋਚਣਾ, ਸਮਝਣਾ, ਤਾਂ ਅੱਗੇ ਚੱਲਣਾ। ਤਾਂ ਹੀ ਗੁਰਬਾਣੀ ਚ ਕਿਹਾ, ਜਾ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਤੇ ਜਿਸ ਵੇਲੇ ਤਤ ਗਿਆਨ ਉਹਦੇ ਅੰਦਰ ਪ੍ਰਗਟ ਹੋ ਜਾਏਗਾ ਤੇ ਉਹਦਾ ਲੱਛਣ ਕੀ ਹੈ? ਭੈ ਤੇ ਨਿਰਭਉ ਹੋਏ ਬਸਾਨਾ। ਫਿਰ ਉਹ ਨਿਰਭਉ ਹੋ ਜਾਏਗਾ, ਉਹਨੂੰ ਕਿਸੇ ਦਾ ਡਰ ਨਹੀਂ ਹੈ, ਕਿਉਂਕਿ ਪਰਮਾਤਮਾ ਨਿਡਰ ਹੈ ਤੇ ਉਹ ਵੀ ਨਿਡਰ ਹੋ ਜਾਏਗਾ। ਇਹ ਨਿਸ਼ਾਨੀ ਹੈ, ਜਿਨੇ ਤत्व ਗਿਆਨ ਪਾਇਆ, ਜਿਨੇ ਬ੍ਰਹਮ ਗਿਆਨ ਪਾਇਆ, ਉਹਦੀ ਇਹ ਨਿਸ਼ਾਨੀ ਹੈ ਕਿ ਉਹ ਕਿਸੇ ਤੋਂ ਡਰੇਗਾ ਨਹੀਂ, ਉਹ ਕਿਸੇ ਨੂੰ ਡਰਾਏਗਾ ਨਹੀਂ।
ਜਿਸ ਤੇ ਉਪਜਿਆ ਤਿਸ ਮਾਏ ਸਮਾਨਾ। ਫਿਰ ਉਹਦੀ ਅਵਸਥਾ ਹੋ ਜਾਂਦੀ ਹੈ ਕਿ ਜਿੱਥੋਂ ਉਹ ਪੈਦਾ ਹੋਇਆ, ਜਿਹੜਾ ਉਹਦਾ ਮੂਲ ਹੈ, ਫਿਰ ਉਹ ਆਪਣੇ ਮੂਲ 'ਚ ਹੀ ਸਮਾ ਜਾਂਦਾ ਹੈ। ਜਿਸ ਤਰ੍ਹਾਂ ਅਸੀਂ ਪਰਮਾਤਮਾ ਦਾ ਮੂਲ ਆ, ਪਰਮਾਤਮਾ ਤੋਂ ਪੈਦਾ ਹੋਏ ਤੇ ਫਿਰ ਆਤਮਾ ਪਰਮਾਤਮਾ 'ਚ ਹੀ ਲੀਨ ਹੋ ਜਾਂਦੀ ਹੈ, ਉਹਦੇ 'ਚ ਹੀ ਸਮਾ ਜਾਂਦੀ ਹੈ। ਤੇ ਇਹ ਨਿਸ਼ਾਨੀ ਹੈ ਕਿ ਅਗਰ ਤत्व ਗਿਆਨ ਕਿਸੇ ਨੂੰ ਮਿਲਿਆ ਹੈ, ਬ੍ਰਹਮ ਗਿਆਨ ਮਿਲਿਆ ਹੈ, ਤੇ ਉਹਦੀ ਨਿਸ਼ਾਨੀ ਹੈ ਕਿ ਉਹ ਨਿਡਰ ਹੋ ਜਾਏਗਾ। ਉਹ ਕਿਸੇ ਤੋਂ ਡਰੇਗਾ ਨਹੀਂ, ਉਹ ਕਿਸੇ ਨੂੰ ਡਰਾਏਗਾ ਨਹੀਂ। ਤੇ ਉਹ ਜਿੱਥੋਂ ਪੈਦਾ ਹੋਇਆ, ਜਿੱਥੋਂ ਉਪਜਿਆ, ਜੋ ਉਹਦਾ ਮੂਲ ਹੈ, ਉਹ ਮੂਲ ਵਿੱਚ ਸਮਾ ਜਾਏਗਾ। ਤੇ ਭਰੋਸਾ ਜਿਹੜਾ ਹੈ ਇਹ ਬਹੁਤ ਜ਼ਰੂਰੀ ਹੈ। ਕ੍ਰਿਸ਼ਨ ਭਗਵਾਨ ਨੂੰ ਦ੍ਰੋਪਦੀ ਨੇ ਪੁੱਛਿਆ ਕਿ ਤੁਸੀਂ ਪਹਿਲੇ ਕਿਉਂ ਨਹੀਂ ਆਏ? ਇੰਨੀ ਮੇਰੀ ਨਿਰਵਸਤਰ ਕਰਨ ਲਈ ਇੰਨਾ ਅਪਮਾਨ ਕੀਤਾ ਗਿਆ ਮੇਰਾ, ਮੇਰੇ ਵਾਲ ਪਕੜ ਕੇ ਘਸੀਟਿਆ ਗਿਆ, ਤੇ ਤੁਸੀਂ ਪਹਿਲੇ ਕਿਉਂ ਨਹੀਂ ਆਏ? ਤੇ ਕ੍ਰਿਸ਼ਨ ਭਗਵਾਨ ਨੇ ਕਿਹਾ ਕਿਉਂਕਿ ਪਹਿਲੇ ਤੈਨੂੰ ਭਰੋਸਾ ਨਹੀਂ ਸੀ। ਤੈਨੂੰ ਭਰੋਸਾ ਸੀ ਮੇਰੇ ਪਤੀ ਤੇ ਇੰਨੇ ਤਾਕਤਵਰ ਨੇ ਤੇ ਮੇਰੀ ਰੱਖਿਆ ਕਰਨਗੇ। ਫਿਰ ਤੂੰ ਦੇਖਿਆ ਭੀਸ਼ਮ ਪਿਤਾਮਾ ਵੱਲ, ਤੈਨੂੰ ਉਹਦੇ ਤੇ ਭਰੋਸਾ ਸੀ ਕਿ ਉਹ ਇਸ ਤਰ੍ਹਾਂ ਹੋਣ ਨਹੀਂ ਦੇਗਾ। ਫਿਰ ਤੂੰ ਧ੍ਰਿਤਰਾਸ਼ਟਰ ਵੱਲ ਦੇਖਿਆ ਕਿ ਨਹੀਂ, ਇਹਦੇ ਸਾਹਮਣੇ ਐਂ ਥੋੜੀ, ਇਹ ਤੇ ਰਾਜਾ ਹੈ। ਜਿਸ ਵੇਲੇ ਤੂੰ ਸਾਰੇ ਭਰੋਸੇ ਛੱਡ ਦਿੱਤੇ, ਸਾਰੇ ਸਹਾਰੇ ਛੱਡ ਦਿੱਤੇ, ਜਿਸ ਵੇਲੇ ਤੂੰ ਮੈਨੂੰ ਯਾਦ ਕੀਤਾ, ਮੈਂ ਤੇ ਬਾਹਰ ਹੀ ਖੜਾ ਸੀ, ਮੈਂ ਉਸੇ ਵੇਲੇ ਆ ਗਿਆ, ਕਿਉਂਕਿ ਬਿਨਾਂ ਬੁਲਾਏ, ਬਿਨਾਂ ਯਾਦ ਕੀਤੇ ਮੈਂ ਨਹੀਂ ਆ ਸਕਦਾ। ਮੈਂ ਬਾਹਰ ਹੀ ਖੜਾ ਸੀ, ਪਰ ਮੈਂ ਇੰਤਜ਼ਾਰ ਕਰ ਰਿਹਾ ਸੀ ਕਿ ਤੂੰ ਕਿਸ ਟਾਈਮ ਯਾਦ ਕਰੇਂਗੀ, ਤੈਨੂੰ ਕਿਸ ਟਾਈਮ ਯਾਦ ਆਏਗਾ, ਤੈਨੂੰ ਕਿਸ ਟਾਈਮ ਇਸ ਗੱਲ ਤੇ ਭਰੋਸਾ ਆਏਗਾ ਕਿ ਮੇਰੀ ਮਦਦ ਪਰਮਾਤਮਾ ਹੀ ਕਰ ਸਕਦਾ ਹੈ। ਔਰ ਜਿਸ ਵੇਲੇ ਤੈਨੂੰ ਭਰੋਸਾ ਆਇਆ, ਤੂੰ ਯਾਦ ਕੀਤਾ, ਮੈਂ ਉਸੇ ਵੇਲੇ ਆ ਗਿਆ। ਤੇ ਇਹ ਅੱਜ ਕੱਲ ਸੁਪਰੀਮ ਕੋਰਟ, ਜਿਹੜੇ ਸਾਡੀ ਸਭ ਤੋਂ ਹਾਈਐਸਟ ਕੋਰਟ ਹੈ, ਤੇ ਉਹਦੇ ਵਿੱਚ ਵੀ ਇਹ ਲਿਖਿਆ ਗਿਆ ਹੈ ਸੰਵਿਧਾਨ ਵਿੱਚ ਕਿ ਅਗਰ ਕੋਈ ਬੰਦਾ ਨੌਕਰੀ ਕਰਦੇ ਹੋਏ ਉਹਦੀ ਡੈਥ ਹੋ ਜਾਂਦੀ ਹੈ, ਉਹ ਸਰੀਰ ਛੋੜ ਦਿੰਦਾ ਹੈ ਕਿਸੇ ਵੀ ਕਾਰਨ ਨਾਲ, ਤੇ ਉਹਨੂੰ ਬਹੁਤ ਪੈਸਾ ਮਿਲਦਾ ਹੈ। ਤੇ ਜਾਂ ਫਿਰ ਉਹਦੇ ਪਰਿਵਾਰ ਦੇ ਕਿਸੇ ਬੰਦੇ ਨੂੰ ਨੌਕਰੀ ਮਿਲ ਜਾਂਦੀ ਹੈ, ਔਰ ਅਸੀਂ ਦੇਖਨੇ ਐਸਾ ਹੁੰਦਾ ਹੈ। ਜਾਂ ਪਰਿਵਾਰ ਦੇ ਕਿਸੇ ਬੰਦੇ ਨੂੰ ਨੌਕਰੀ ਦੇ ਦਿੱਤੀ ਜਾਂਦੀ ਹੈ ਤਾਂ ਕਿ ਇਹਨਾਂ ਦਾ ਖਰਚਾ ਚੱਲਦਾ ਰਹੇ। ਤੇ ਜੇ ਕੋਈ ਨਹੀਂ ਹੈ ਤੇ ਉਹ ਫਿਰ ਉਹਨਾਂ ਨੂੰ ਇੰਨਾ ਪੈਸਾ ਮਿਲ ਜਾਂਦਾ ਹੈ ਤਾਂ ਕਿ ਉਹਨਾਂ ਦਾ ਗੁਜ਼ਾਰਾ ਚੱਲਦਾ ਰਹੇ। ਤੇ ਐਸੇ ਤਰ੍ਹਾਂ ਜੇ ਅਸੀਂ ਗੁਰੂ ਦੀ ਸੇਵਾ ਕਰਨੇ ਆ, ਗੁਰੂ ਦੇ ਸਿਧਾਂਤਾਂ ਦਾ ਪਾਲਨ ਕਰਨੇ ਆ, ਉਹਦੇ ਦੱਸੇ ਹੋਏ ਰਸਤੇ ਤੇ ਚੱਲਨੇ ਆ, ਤੇ ਇਹਦਾ ਮਤਲਬ ਅਸੀਂ ਗੁਰੂ ਦੀ ਨੌਕਰੀ ਕਰ ਰਹੇ ਹਾਂ। ਤੇ ਨੌਕਰੀ ਜਿਹੜਾ ਬੰਦਾ ਕਰ ਰਿਹਾ ਹੈ ਭਰੋਸੇ ਨਾਲ, ਫਿਰ ਗੁਰੂ ਨੂੰ ਉਹਦੀ ਰੱਖਿਆ ਕਰਨੀ ਪੈਂਦੀ ਹੈ, ਕਿਉਂਕਿ ਉਹ ਨੌਕਰੀ ਤੇ ਤੈਨਾਤ ਹੈ। ਹੁਣ ਤੁਸੀਂ ਦੇਖਦੇ ਹੋ ਸੈਨਾ, ਜਿਹੜੇ ਸੈਨਿਕ ਹੁੰਦੇ ਨੇ, ਉਹਨਾਂ ਦੀ ਜਿਸ ਵੇਲੇ ਯੁੱਧ ਵਿੱਚ ਜਾਂ ਕਿਸੇ ਕਾਰਨ ਨਾਲ ਕੋਈ ਹਮਲੇ ਵਿੱਚ ਮ੍ਰਿਤੂ ਹੋ ਜਾਂਦੀ ਹੈ, ਤੇ ਕਿੰਨਾ ਮਾਨ ਸਨਮਾਨ ਔਰ ਕਿੰਨਾ ਸਭ ਕੁਝ ਉਹਨਾਂ ਨੂੰ ਮਿਲਦਾ ਹੈ, ਕਿਉਂਕਿ ਨੌਕਰੀ ਕਰਦੇ ਹੋਏ ਔਨ ਦਾ ਜੌਬ ਕਿਹਾ ਜਾਂਦਾ ਇਹਨੂੰ, ਔਨ ਦਾ ਜੌਬ ਡੈਥ ਹੋਈ। ਤੇ ਜੇ ਅਸੀਂ ਗੁਰੂ ਦੇ ਸਿਧਾਂਤਾਂ ਤੇ ਚੱਲਦੇ ਹੋਏ, ਅਸੀਂ ਗੁਰੂ ਦੀ ਵਚਨਾਂ ਦਾ ਪਾਲਨ ਕਰਦੇ ਹੋਏ, ਸੇਵਾ ਕਰਦੇ ਹੋਏ, ਜੇ ਸਾਡੀ ਜ਼ਿੰਦਗੀ 'ਚ ਕੋਈ ਔਕੜ ਆਂਦੀ ਹੈ ਤੇ ਸਾਡੀ ਵੀ ਗੁਰੂ ਰੱਖਿਆ ਕਰਦਾ ਹੈ, ਕਿਉਂਕਿ ਅਸੀਂ ਨੌਕਰੀ ਕਰ ਰਹੇ ਹਾਂ, ਔਨ ਦਾ ਜੌਬ ਆ। ਤੇ ਔਨ ਦਾ ਜੌਬ ਅਸੀਂ ਆਪਣੀ ਨੌਕਰੀ ਤੇ ਤੈਨਾਤ ਆ, ਤੇ ਫਿਰ ਗੁਰੂ ਨੂੰ ਰੱਖਿਆ ਕਰਨੀ ਹੀ ਪੈਂਦੀ ਹੈ। ਇੱਕ ਬਹੁਤ ਪਿਆਰੀ ਕਥਾ ਹੈ ਕਿ ਇੱਕ ਮਾਤਾ ਪਿਤਾ ਸੀ, ਉਹਨਾਂ ਦੇ 7 ਬੱਚੇ ਸੀ। ਛੋਟਾ ਬੇਟਾ ਜਿਹੜਾ ਸੀ, ਉਹ ਸ਼ੁਰੂ ਤੋਂ ਸੰਤਾਂ ਦੀ ਸੰਗਤ ਵਿੱਚ ਪੈ ਗਿਆ, ਤੇ ਹਰ ਵੇਲੇ ਪਰਮਾਤਮਾ ਦਾ ਨਾਮ ਜਪਦਾ ਹੈ ਤੇ ਮਸਤ ਰਹਿੰਦਾ ਹੈ, ਤੇ ਕੋਈ ਕੰਮਕਾਰ ਨਹੀਂ ਕਰਦਾ। ਬਾਕੀ ਸਾਰੇ ਕੰਮਕਾਰ ਕਰਦੇ ਨੇ, ਗਰੀਬੀ ਬਹੁਤ ਹੈ ਘਰ ਵਿੱਚ, ਪਰ ਉਹ ਆਪਣਾ ਪਰਮਾਤਮਾ ਦੇ ਨਾਮ ਵਿੱਚ ਮਸਤ ਰਹਿੰਦਾ ਹੈ। ਤੇ ਉਸ ਜਿਹੜਾ ਸ਼ਹਿਰ ਦਾ, ਦੇਸ਼ ਦਾ ਰਾਜਾ ਹੈ, ਉਹਦੀ ਕੋਈ ਔਲਾਦ ਨਹੀਂ ਹੈ, ਤੇ ਰਾਜਾ ਬਹੁਤ ਧਾਰਮਿਕ ਹੈ। ਲੇਕਿਨ ਜਿਹੜੇ ਵਜ਼ੀਰ, ਮੰਤਰੀ ਔਰ ਰਾਜਗੁਰੂ ਉਹਨੂੰ ਕਹਿੰਦੇ ਨੇ ਕਿ ਵੀ ਸਭ ਕੁਝ ਕਰਕੇ ਦੇਖ ਲਿਆ, ਤੇਰੇ ਘਰ ਔਲਾਦ ਨਹੀਂ ਹੋ ਰਹੀ, ਹੁਣ ਸਾਨੂੰ ਇੰਜ ਲੱਗਦਾ ਤੇਰੇ ਘਰ ਔਲਾਦ ਤਾਂ ਹੋ ਸਕਦੀ ਹੈ ਜੇ ਤੂੰ ਕਿਸੇ ਬੱਚੇ ਦੀ ਬਲੀ ਚੜਾਏ। ਤੇ ਉਹ ਰਾਜਾ ਕਹਿੰਦਾ ਮੈਂ ਪਾਪ ਨਹੀਂ ਕਰਾਂਗਾ, ਮੈਂ ਕੰਮ ਨਹੀਂ ਕਰਾਂਗਾ। ਲੇਕਿਨ ਉਹ ਹੌਲੀ ਹੌਲੀ ਰਾਣੀ ਔਰ ਸਾਰੇ ਸਮਝਾਉਂਦੇ ਨੇ ਕਿ ਤੂੰ ਆਪਣਾ ਨਾ ਦੇਖ, ਤੂੰ ਰਾਜ ਦਾ ਇੱਕ ਉੱਤਰਾਧਿਕਾਰੀ ਚਾਹੀਦਾ ਹੈ, ਤੂੰ ਉਹਦੇ ਲਈ ਇਹ ਕੰਮ ਕਰ। ਫਿਰ ਉਹੀ ਗੱਲ ਹੋ ਜਾਂਦੀ ਹੈ, ਸੰਗਤ ਦਾ ਅਸਰ, ਹੌਲੀ ਹੌਲੀ ਉਹ ਰਾਜਾ ਨੂੰ ਮਨਾ ਲੈਂਦੇ ਨੇ। ਤੇ ਫਿਰ ਉਹ ਰਾਜਾ ਕਹਿੰਦਾ ਕਿ ਮੈਂ ਵੈਸੇ ਬਲੀ ਨਹੀਂ ਦੇ ਸਕਦਾ, ਪਰ ਤੁਸੀਂ ਸ਼ਹਿਰ ਵਿੱਚ ਢੰਡੋਰਾ ਦੇ ਦਿਓ ਕਿ ਜਿਹੜਾ ਕੋਈ ਆਪਣੀ ਖੁਸ਼ੀ ਨਾਲ ਆਪਣੇ ਬੱਚੇ ਨੂੰ ਲੈ ਆਏ ਔਰ ਉਹ ਬੱਚਾ ਵੀ ਤਿਆਰ ਹੋਏ ਬਲੀ ਵਾਸਤੇ, ਤੇ ਤਾਂ ਅਸੀਂ ਉਹਦੀ ਬਲੀ ਦੇ ਦਾਂਗੇ। ਤੇ ਉਹ ਢੰਡੋਰਾ ਫੇਰਦੇ ਨੇ, ਔਰ ਇਸ ਪਰਿਵਾਰ ਤੱਕ ਜਿਸ ਵੇਲੇ ਉਹ ਗੱਲ ਪਹੁੰਚਦੀ ਹੈ ਤੇ ਆਪਸ ਵਿੱਚ ਸਲਾਹ ਕਰਦੇ ਨੇ ਕਿ ਅਸੀਂ ਛੋਟੇ ਬੱਚੇ ਨੂੰ ਦੇ ਦਿੰਨੇ ਆ ਔਰ ਸਾਡੀ ਗਰੀਬੀ ਘਟ ਜਾਏਗੀ। ਤੇ ਉਹ ਛੋਟੇ ਬੱਚੇ ਨੂੰ ਨਾਲ ਲੈਂਦੇ ਨੇ ਔਰ ਰਾਜੇ ਦੀ ਤਰਫ ਚੱਲ ਪੈਂਦੇ ਨੇ ਕਿ ਇਹ ਤੇ ਕੋਈ ਕੰਮਕਾਰ ਕਰਦਾ ਨਹੀਂ ਹੈ, ਤੇ ਇਹਦੀ ਬਲੀ ਦੇ ਦੇਣਗੇ ਤੇ ਇਹਦੇ ਬਦਲੇ ਸਾਨੂੰ ਬਹੁਤ ਪੈਸਾ ਮਿਲ ਜਾਏਗਾ। ਤੇ ਉਹ ਬੱਚਾ ਪਿਤਾ ਕੋਲੋਂ ਪੁੱਛਦਾ ਹੈ ਕਿ ਮੈਨੂੰ ਕਿੱਥੇ ਲੈ ਕੇ ਜਾ ਰਹੇ ਹੋ?
ਤੇ ਉਹ ਕਹਿੰਦਾ ਰਾਜੇ ਨੂੰ ਦੇਣ ਜਾ ਰਹੇ ਆ ਕਿ ਰਾਜੇ ਨੇ ਘਰ ਔਲਾਦ ਨਹੀਂ ਹੈ, ਉਹ ਰਾਜਾ ਤੇਰੀ ਬਲੀ ਚੜਾਏਗਾ। ਤੇ ਕਿਉਂਕਿ ਉਹ ਸੰਤਾਂ ਦੀ ਸੰਗਤ ਉਹਨੇ ਕੀਤੀ ਹੋਈ ਹੈ, ਸੰਗਤ ਦਾ ਅਸਰ, ਤੇ ਉਹ ਬੱਚਾ ਬਿਲਕੁਲ ਡਰਦਾ ਨਹੀਂ, ਡੋਲਦਾ ਨਹੀਂ, ਤੇ ਰਾਜੇ ਕੋਲ ਪਹੁੰਚ ਜਾਂਦਾ ਹੈ। ਤੇ ਰਾਜੇ ਦਾ ਮਨ ਨਹੀਂ ਮੰਨਦਾ, ਪਰ ਫਿਰ ਵੀ ਇੰਨਾ ਦਬਾਅ ਹੈ ਸਾਰੀ ਪ੍ਰਜਾ ਦਾ, ਰਾਜਗੁਰੂ ਦਾ, ਮੰਤਰੀਆਂ ਦਾ, ਰਾਣੀ ਦਾ, ਤੇ ਰਾਜੇ ਨੂੰ ਉਹ ਕਰਨਾ ਪੈ ਜਾਂਦਾ ਹੈ। ਤੇ ਰਾਜਾ ਉਹਨੂੰ ਪੁੱਛਦਾ ਹੈ ਬੱਚੇ ਨੂੰ, ਤੇਰੀ ਕੋਈ ਆਖਰੀ ਇੱਛਾ ਹੈ? ਦੇਖੋ, ਇੱਛਾਵਾਂ ਬੰਦੇ ਦਾ ਪਿੱਛਾ ਨਹੀਂ ਛੱਡਦੀਆਂ। ਜਿਹਨੂੰ ਫਾਂਸੀ ਦਿੱਤੀ ਜਾਂਦੀ ਨਾ, ਉਹਨੂੰ ਵੀ ਪੁੱਛਿਆ ਜਾਂਦਾ ਹੈ ਕਿ ਤੇਰੀ ਕੋਈ ਆਖਰੀ ਇੱਛਾ ਹੈ? ਤੇ ਉਹ ਬੱਚਾ ਕਹਿੰਦਾ ਹਾਂ, ਮੇਰੀ ਆਖਰੀ ਇੱਛਾ ਹੈ, ਮੈਂ ਥੋੜੀ ਦੇਰ ਖੇਲਣਾ ਚਾਹਨਾ ਵਾਂ। ਤੇ ਰਾਜਾ ਕਹਿੰਦਾ ਠੀਕ ਹੈ, ਤੂੰ ਖੇਲ ਲੈ। ਤੇ ਉਹ ਬੱਚਾ ਖੇਡਦਾ ਹੈ ਮਿੱਟੀ ਨਾਲ, ਤੇ 4 ਢੇਰੀਆਂ ਬਣਾਉਂਦਾ। ਪਹਿਲੀ ਢੇਰੀ ਅੱਗੇ ਖੜਾ ਹੁੰਦਾ ਹੈ, ਹੱਥ ਜੋੜ ਕੇ ਮਨ ਵਿੱਚ ਕੁਝ ਯਾਦ ਕਰਦਾ ਹੈ, ਫਿਰ ਉਸ ਢੇਰੀ ਨੂੰ ਲੱਤ ਮਾਰ ਦਿੰਦਾ ਹੈ। ਫਿਰ ਦੂਜੀ ਢੇਰੀ ਅੱਗੇ ਖੜਾ ਹੁੰਦਾ ਹੈ, ਫਿਰ ਮਨ ਵਿੱਚ ਅੱਖਾਂ ਬੰਦ ਕਰਕੇ ਕੁਝ ਕਹਿੰਦਾ ਹੈ, ਫਿਰ ਉਸ ਢੇਰੀ ਨੂੰ ਵੀ ਲੱਤ ਮਾਰ ਦਿੰਦਾ ਹੈ। ਫਿਰ ਤੀਜੀ ਢੇਰੀ ਅੱਗੇ ਖੜਾ ਹੁੰਦਾ ਹੈ, ਫਿਰ ਉਹੀ ਪ੍ਰਾਰਥਨਾ ਕਰਦਾ ਹੈ ਆਪਣੇ ਮਨ ਵਿੱਚ, ਫਿਰ ਉਹਨੂੰ ਵੀ ਲੱਤ ਮਾਰ ਦਿੰਦਾ ਹੈ। ਫਿਰ ਚੌਥੀ ਢੇਰੀ ਅੱਗੇ ਖੜਾ ਹੁੰਦਾ ਹੈ, ਉਹਦੇ ਅੱਗੇ ਖੜਾ ਹੋ ਕੇ ਅੱਖਾਂ ਬੰਦ ਕਰਕੇ ਪ੍ਰਾਰਥਨਾ ਕਰਦਾ ਹੈ, ਉਹਦੀ ਪਰਿਕਰਮਾ ਕਰਦਾ ਹੈ, ਉਹਨੂੰ ਮੱਥਾ ਟੇਕਦਾ ਹੈ, ਤੇ ਰਾਜਾ ਨੂੰ ਕਹਿੰਦਾ ਹੁਣ ਤੂੰ ਜੋ ਕਰਨਾ ਕਰ ਲੈ, ਮੈਂ ਆਪਣਾ ਕੰਮ ਕਰ ਲਿਆ, ਮੈਂ ਆਪਣਾ ਖੇਲ ਖੇਲ ਰਿਹਾ। ਰਾਜਾ ਕਹਿੰਦਾ ਤੂੰ ਪਹਿਲੇ ਮੈਨੂੰ ਇਹ ਦੱਸ ਕਿ ਤੂੰ ਖੇਲ ਕੀ ਖੇਲਿਆ, ਮੇਰੀ ਸਮਝ ਚ ਨਹੀਂ ਆਇਆ। ਤੇ ਉਹ ਕਹਿੰਦਾ ਰਾਜਾ ਤੂੰ ਕੀ ਕਹਿਣਾ ਹੈ ਸਮਝ ਕੇ, ਤੂੰ ਮੈਨੂੰ ਬਲੀ ਦੇਣ ਲਈ ਬੁਲਾਇਆ, ਬਲੀ ਦੇਣ ਲਈ ਖਰੀਦਿਆ, ਤੂੰ ਬਲੀ ਦੇ ਦੇ, ਤੇਰਾ ਕੰਮ ਆਪਣਾ ਕਰ, ਮੈਂ ਆਪਣਾ ਕੰਮ ਕਰ ਲਿਆ। ਰਾਜਾ ਕਹਿੰਦਾ ਨਹੀਂ, ਮੈਂ ਇੰਜ ਨਹੀਂ ਬਲੀ ਦਿਆਂਗਾ, ਪਹਿਲੇ ਤੂੰ ਮੈਨੂੰ ਇਹ ਦੱਸ ਤੂੰ ਇਹ ਖੇਲ ਕੀ ਖੇਲਿਆ। ਫਿਰ ਉਹ ਬੱਚਾ ਜਿਹੜਾ ਉਹ ਕਹਿੰਦਾ ਰਾਜਾ, 4 ਸਾਰੇ ਹੁੰਦੇ ਨੇ ਕਿਸੇ ਵੀ ਬੰਦੇ ਦੇ। ਸਭ ਤੋਂ ਪਹਿਲਾ ਸਾਰਾ ਹੁੰਦਾ ਮਾਤਾ ਪਿਤਾ, ਤੇ ਮੇਰੇ ਤੇ ਮਾਤਾ ਪਿਤਾ ਨੇ ਮੈਨੂੰ ਵੇਚ ਦਿੱਤਾ, ਤੇ ਮੈਂ ਉਹਨਾਂ ਅੱਗੇ ਕੀ ਪ੍ਰਾਰਥਨਾ ਕਰਾਂ ਕਿ ਮੇਰੀ ਰੱਖਿਆ ਕਰੋ। ਇਸ ਵਾਸਤੇ ਮੈਂ ਉਸ ਢੇਰੀ ਨੂੰ ਲੱਤ ਮਾਰ ਦਿੱਤੀ ਕਿ ਇਹ ਮੇਰੇ ਕੰਮ ਦੀ ਨਹੀਂ। ਦੂਜੀ ਜਿਹੜੀ ਢੇਰੀ ਹੈ ਉਹ ਹੁੰਦੀ ਹੈ ਰਾਜਗੁਰੂ, ਪ੍ਰਜਾ, ਕਿ ਉਹ ਅਗਰ ਰਾਜਾ ਗਲਤ ਕਰ ਰਿਹਾ ਤੇ ਉਹਦੇ ਖਿਲਾਫ ਆਵਾਜ਼ ਉਠਾਣਗੇ, ਪਰ ਉਹ ਤੇ ਸਾਰੇ ਚਾਹੁੰਦੇ ਨੇ ਮੇਰੀ ਬਲੀ ਦੇ ਦਿੱਤੀ ਜਾਏ, ਤੇ ਉਹਨਾਂ ਨੇ ਮੇਰੀ ਕੀ ਰੱਖਿਆ ਕਰਨੀ ਹੈ, ਤੇ ਮੈਂ ਉਸ ਢੇਰੀ ਨੂੰ ਵੀ ਲੱਤ ਮਾਰ ਦਿੱਤੀ। ਤੀਜੀ ਢੇਰੀ ਹੁੰਦੀ ਹੈ ਰਾਜਾ, ਕਿ ਰਾਜੇ ਨੂੰ ਅਗਰ ਨਿਆਂ ਕਰਨਾ ਆਂਦਾ ਹੈ ਤੇ ਰਾਜਾ ਰੱਖਿਆ ਕਰ ਸਕਦਾ ਹੈ, ਤੇ ਰਾਜਾ ਹੀ ਤੇ ਮੈਨੂੰ ਬਲੀ ਦੇਣ ਜਾ ਰਿਹਾ, ਤੇ ਰਾਜਾ ਮੇਰੀ ਕੀ ਰੱਖਿਆ ਕਰੇਗਾ, ਤੇ ਮੈਂ ਉਹਨੂੰ ਵੀ ਲੱਤ ਮਾਰ ਦਿੱਤੀ। ਤੇ ਚੌਥੀ ਢੇਰੀ ਬਣਾਈ ਪਰਮਾਤਮਾ ਦੀ, ਕਿ ਸਾਰੇ ਮੇਰੇ ਖਿਲਾਫ ਨੇ ਪਰ ਤੂੰ ਤੇ ਅਜੇ ਵੀ ਹੈ, ਤੂੰ ਚਾਹੇ ਤੇ ਬਾਜੀ ਪਲਟ ਸਕਦੀ ਹੈ, ਤੂੰ ਚਾਹੇ ਤੇ ਸਭ ਕੁਝ ਹੋ ਸਕਦਾ ਹੈ। ਅੱਜ ਵੀ ਮੈਨੂੰ ਅਜੇ ਵੀ ਤੇਰਾ ਸਹਾਰਾ ਹੈ। ਤੇ ਮੈਂ ਪਰਮਾਤਮਾ ਅੱਗੇ ਮੱਥਾ ਟੇਕਿਆ ਕਿ ਤੇਰਾ ਸਹਾਰਾ ਹੈ ਮੈਨੂੰ, ਪਰਮਾਤਮਾ ਤੂੰ ਚਾਹੇ ਤੇ ਕੁਝ ਵੀ ਹੋ ਸਕਦਾ ਹੈ। ਤੇ ਰਾਜਾ ਜਿਹੜਾ ਉਹ ਇੰਨਾ ਹੈਰਾਨ ਹੋ ਜਾਂਦਾ ਹੈ ਕਿ ਇੰਨਾ ਛੋਟਾ ਬੱਚਾ ਔਰ ਇੰਨਾ ਗਿਆਨ। ਤੇ ਰਾਜਾ ਕਹਿੰਦਾ ਹੈ ਕਿ ਇਸ ਗੱਲ ਦੀ ਕੀ ਗਾਰੰਟੀ ਹੈ ਕਿ ਮੈਂ ਇਹਦੀ ਬਲੀ ਦਿਆਂ ਤੇ ਮੇਰੇ ਘਰ ਔਲਾਦ ਹੋਏਗੀ। ਸਾਰੇ ਚੁੱਪ ਹੋ ਜਾਂਦੇ ਨੇ। ਰਾਜਾ ਕਹਿੰਦਾ ਮੈਨੂੰ ਲਿਖ ਕੇ ਦਿਓ, ਗਾਰੰਟੀ ਦਿਓ। ਹੁਣ ਕੌਣ ਗਾਰੰਟੀ ਲਵੇ? ਤੇ ਫਿਰ ਰਾਜਾ ਕਹਿੰਦਾ ਨਹੀਂ, ਮੈਂ ਬਲੀ ਨਹੀਂ ਦੇਣੀ, ਮੈਂ ਇਹਨੂੰ ਹੀ ਕਿਉਂ ਨਾ ਪੁੱਤਰ ਬਣਾ ਲਵਾਂ। ਤੇ ਇੰਨਾ ਸਮਝਦਾਰ ਗਿਆਨਵਾਨ ਅਗਰ ਉੱਤਰਾਧਿਕਾਰੀ ਰਾਜ ਦਾ ਮਿਲੇਗਾ ਤੇ ਕਿੰਨਾ ਵਧੀਆ ਹੋ ਜਾਏਗਾ। ਤੇ ਕੱਲ ਨੂੰ ਮੇਰਾ ਪੁੱਤਰ ਹੋਏ ਇਹਨੂੰ ਬਲੀ ਦੇਣ ਬਾਅਦ ਤੇ ਉਹ ਖਰਾਬ ਨਿਕਲੇ ਤੇ ਰਾਜ ਦਾ ਨੂੰ ਬਰਬਾਦ ਕਰ ਦੇਗਾ, ਤੇ ਮੈਂ ਇਹਨੂੰ ਹੀ ਆਪਣਾ ਬੇਟਾ ਬਣਾ ਕੇ ਰਾਜਗੱਦੀ ਸੌਂਪ ਦੇਣਾ। ਤੇ ਦੇਖੋ ਕਿੱਥੇ ਉਹ ਗਰੀਬ ਔਰ ਸੰਗਤ ਸੰਤਾਂ ਦੀ ਕੀਤੀ ਔਰ ਨਿਡਰ ਹੋ ਗਿਆ ਨਾਮ ਜਪ ਜਪ ਕੇ, ਤੇ ਕਿੱਥੇ ਰਾਜਾ ਬਣ ਗਿਆ। ਤੇ ਸੰਗਤ ਦਾ ਬਹੁਤ ਗਹਿਰਾ ਅਸਰ ਹੈ, ਤੇ ਭਰੋਸਾ ਪਰਮਾਤਮਾ ਤੇ ਭਰੋਸਾ, ਉਹਨੂੰ ਪੂਰਾ ਭਰੋਸਾ ਸੀ ਕਿ ਪਰਮਾਤਮਾ ਮੇਰੀ ਰੱਖਿਆ ਕਰੇਗਾ, ਔਰ ਪਰਮਾਤਮਾ ਨੇ ਉਹਦੀ ਰੱਖਿਆ ਕੀਤੀ। ਅੱਜ ਦੀ ਤਾਰੀਖ ਵਿੱਚ ਤੁਸੀਂ YouTube ਤੇ ਜਾਓਗੇ, ਇਹ ਤੁਹਾਨੂੰ ਸਟੋਰੀ ਮਿਲੇਗੀ। ਕੈਂਸਰ ਸਪੈਸ਼ਲਿਸਟ ਡਾਕਟਰ ਮਾਰਕ ਹੋਏ ਨੇ, ਦੁਨੀਆ ਦੇ ਬਹੁਤ ਮਸ਼ਹੂਰ ਡਾਕਟਰ, ਔਰ ਉਹਨਾਂ ਨੇ ਬਹੁਤ ਰਿਸਰਚ ਕੀਤੀ, ਔਰ ਉਹ ਜਿਹਦਾ ਸਰਜਰੀ ਕਰਦੇ ਨੇ, ਆਪਰੇਸ਼ਨ ਕਰਦੇ ਨੇ ਕੈਂਸਰ ਪੇਸ਼ੈਂਟ ਦੀ, ਉਹ ਠੀਕ ਹੋ ਜਾਂਦਾ। ਤੇ ਉਹਨਾਂ ਨੂੰ ਕੋਈ ਸਨਮਾਨ ਦੇਣ ਲਈ ਬੁਲਾਇਆ ਗਿਆ, ਤੇ ਉਹ ਜਿਸ ਵੇਲੇ ਸਨਮਾਨ ਲੈਣ ਜਾ ਰਹੇ ਸੀ, ਬਹੁਤ ਐਕਸਾਈਟਿਡ ਸੀ, ਬਹੁਤ ਉਤਸ਼ਾਹਿਤ ਸੀ ਕਿ ਮੇਰੀ ਰਿਸਰਚ ਵੀ ਅਪਰੂਵ ਹੋ ਗਈ ਔਰ ਮੈਨੂੰ ਸਨਮਾਨਿਤ ਕੀਤਾ ਜਾਣਾ ਹੈ। ਤੇ ਉਹ ਫਲਾਈਟ ਲੈ ਕੇ ਉਸ ਜਗ੍ਹਾ ਤੇ ਗਏ ਜਿੱਥੇ ਉਹਨਾਂ ਨੂੰ ਸਨਮਾਨਿਤ ਕੀਤਾ ਜਾਣਾ ਸੀ। 2 ਘੰਟੇ ਦੀ ਉਡਾਨ ਤੋਂ ਬਾਅਦ ਫਲਾਈਟ ਵਿੱਚ ਕੁਝ ਖਰਾਬੀ ਹੋ ਗਈ ਤਕਨੀਕੀ, ਤੇ ਐਮਰਜੈਂਸੀ ਲੈਂਡਿੰਗ ਕੀਤੀ। ਹੁਣ ਉਹਨਾਂ ਨੇ ਜਾਣਾ ਹੈ ਸਨਮਾਨ ਲੈਣ। ਉਹਨਾਂ ਨੇ ਉੱਥੋਂ ਦੇ 에ਅਰਪੋਰਟ ਦੇ ਜਿਹੜੇ ਅਧਿਕਾਰੀ ਸੀ ਉਹਨਾਂ ਕੋਲੋਂ ਪੁੱਛਿਆ ਕਿ ਹੁਣ ਕੀ ਕਰਾਂ, ਮੈਂ ਕਿਸ ਤਰ੍ਹਾਂ ਪਹੁੰਚਾਂ ਉੱਥੇ, ਮੈਂ ਟਾਈਮ ਸਿਰ ਪਹੁੰਚਣਾ। ਤੇ ਉਹਨਾਂ ਨੇ ਕਿਹਾ 10 ਘੰਟੇ ਬਾਅਦ ਹੈ ਅਗਲੀ ਫਲਾਈਟ।
ਤੇ ਉਹ ਕਹਿਣ ਲੱਗੇ ਕਿ ਨਹੀਂ ਮੈਂ ਕਿਸ ਤਰ੍ਹਾਂ ਜਾਵਾਂ, ਤੇ ਉਹਨਾਂ ਨੇ ਕਿਹਾ ਤੁਸੀਂ ਟੈਕਸੀ ਕਰਕੇ ਚਲੇ ਜਾਓ। ਤੇ ਕੋਈ ਡਰਾਈਵਰ ਵੀ ਨਹੀਂ ਮਿਲਿਆ ਤੇ ਉਹਨਾਂ ਨੇ ਟੈਕਸੀ ਆਪ ਹੀ ਚਲਾਈ ਕਿ ਮੈਂ ਪਹੁੰਚ ਜਾਵਾਂਗਾ। ਔਰ ਉਹ ਟੈਕਸੀ ਲੈ ਕੇ ਚਲਾ ਕੇ ਚੱਲ ਪਏ। ਥੋੜੀ ਦੂਰ ਗਏ, ਇੰਨੀ ਹਨੇਰੀ ਤੂਫਾਨ ਔਰ ਇੰਨਾ ਆਂधी ਆਈ, ਪੂਰਾ ਹਨੇਰਾ ਹੋ ਗਿਆ ਔਰ ਉਹ ਗਲਤ ਰਸਤੇ ਮੁੜ ਗਏ। ਔਰ ਉਹਨਾਂ ਨੂੰ ਪਤਾ ਚੱਲ ਗਿਆ ਕਿ ਮੈਂ ਹੁਣ ਬਹੁਤ ਦੂਰ ਨਿਕਲ ਆਇਆ ਔਰ ਮੈਂ ਗਲਤ ਰਸਤੇ ਮੁੜ ਗਿਆ ਔਰ ਹਨੇਰਾ ਹੋ ਗਿਆ ਔਰ ਹੁਣ ਮੈਂ ਕਿਧਰੇ ਜਾ ਵੀ ਨਹੀਂ ਸਕਦਾ। ਤੇ ਉੱਥੇ ਇੱਕ ਕੁਟੀਆ ਸੀ, ਰਸਤੇ ਵਿੱਚ ਉਹਨਾਂ ਨੂੰ ਦਿਖਾਈ ਦਿੱਤੀ ਇੱਕ ਛੋਟਾ ਜਿਹਾ ਘਰ, ਤੇ ਉਹਨਾਂ ਨੇ ਹੁਣ ਰਾਤ ਰੁਕਣ ਲਈ ਦਰਵਾਜ਼ਾ ਖਟਕਾਇਆ। ਉਹ ਬਿਲਕੁਲ ਪਰਮਾਤਮਾ ਨੂੰ ਨਹੀਂ ਮੰਨਦੇ, ਉਹ ਕਰਮ ਯੋਗੀ ਨੇ ਕਿ ਮੈਂ ਕਰਮ ਕਰਨਾ, ਮੇਰਾ ਕਰਮ ਹੀ ਸਭ ਕੁਝ ਹੈ। ਦਰਵਾਜ਼ਾ ਖਟਕਾਇਆ ਔਰ ਇੱਕ ਜਿਹੜੀ ਇਸਤਰੀ ਸੀ ਉਹਨੇ ਦਰਵਾਜ਼ਾ ਖੋਲਿਆ ਤੇ ਉਹਨਾਂ ਨੇ ਕਿਹਾ ਮੈਂ ਫੋਨ ਕਰਨਾ ਹੈ। ਤੇ ਉਹਨੇ ਕਿਹਾ ਸਾਡਾ ਇੱਥੇ ਫੋਨ ਤੇ ਨਹੀਂ ਹੈ, ਤੇ ਆਓ ਤੁਸੀਂ ਰਾਤ ਕੱਟ ਲਓ, ਚਾਹ ਪਾਣੀ ਪੀ ਲਓ, ਥੱਕੇ ਹੋਏ ਹੋ ਤੇ ਬੈਠ ਜਾਓ। ਤੇ ਉਹ ਅੰਦਰ ਚਲਾ ਜਾਂਦਾ ਹੈ। ਉਹ ਕਹਿੰਦੇ ਨਾ ਮਰਦਾ ਕੀ ਨਾ ਕਰਦਾ, ਤੇ ਅੰਦਰ ਚਲਾ ਜਾਂਦਾ ਹੈ ਤੇ ਉਹ ਚਾਹ ਬਣਾ ਕੇ ਦਿੰਦੇ ਨੇ ਉਹਨਾਂ ਨੂੰ ਤੇ ਚਾਹ ਪੀਂਦੇ ਨੇ। ਤੇ ਉਹ ਕਹਿੰਦੀ ਹੈ ਕਿ ਚਲੋ ਜਦ ਤੱਕ ਭੋਜਨ ਬਣਿਆ ਤੇ ਮੈਂ ਪ੍ਰਾਰਥਨਾ ਕਰਨੇ ਆ, ਬੈਠ ਕੇ ਅਸੀਂ ਪਰਮਾਤਮਾ ਨੂੰ ਯਾਦ ਕਰਨੇ ਆ। ਤੇ ਉਹ ਕਹਿੰਦਾ ਹੈ ਕਿ ਮੈਂ ਇਹਨਾਂ ਗੱਲਾਂ ਤੇ ਭਰੋਸਾ ਨਹੀਂ ਕਰਦਾ, ਮੈਂ ਤੇ ਮਿਹਨਤ ਤੇ ਵਿਸ਼ਵਾਸ ਕਰਨਾ, ਤੁਸੀਂ ਆਪਣੀ ਪ੍ਰਾਰਥਨਾ ਕਰ ਲਓ, ਮੈਂ ਨਹੀਂ ਕਰਨੀ। ਉਹ ਜਿਹੜੀ ਔਰਤ ਹੈ ਉਹ ਪ੍ਰਾਰਥਨਾ ਕਰਦੀ ਹੈ ਪਰਮਾਤਮਾ ਦੇ ਅੱਗੇ ਤੇ ਇਹ ਦੇਖਦਾ ਰਹਿੰਦਾ, ਚਾਹ ਪੀਂਦਾ ਰਹਿੰਦਾ। ਜਿਸ ਲਈ ਉਹ ਪ੍ਰਾਰਥਨਾ ਕਰਕੇ ਉੱਠਦੀ ਹੈ ਤੇ ਇਹ ਕਹਿੰਦਾ ਹੈ ਕਿ ਤੁਹਾਨੂੰ ਚਾਹੀਦਾ ਕੀ ਹੈ ਪਰਮਾਤਮਾ ਕੋਲੋਂ, ਜਿਹੜੀ ਉਹਦੇ ਅੱਗੇ ਪ੍ਰਾਰਥਨਾ ਕਰ ਰਹੇ ਹੋ, ਕਿ ਤੁਹਾਨੂੰ ਲੱਗਦਾ ਹੈ ਕਿ ਪ੍ਰਾਰਥਨਾ ਤੁਹਾਡੀ ਸੁਣੀ ਜਾਏਗੀ? ਸੁਨੇਗਾ, ਕਰਮ ਕਰੋ। ਪ੍ਰਾਰਥਨਾ ਕਰਨੇ ਨਾਲ ਕੀ ਹੁੰਦਾ? ਤੇ ਉਹ ਕਹਿੰਦੀ ਹੈ ਕਿ ਤੇਰੀ ਗੱਲ ਠੀਕ ਹੈ ਕਿ ਅੱਜ ਤੱਕ ਮੇਰੀ ਪ੍ਰਾਰਥਨਾ ਕਿਸੇ ਦਾ ਪਰਮਾਤਮਾ ਨੇ ਜਵਾਬ ਨਹੀਂ ਦਿੱਤਾ, ਪਰ ਮੈਨੂੰ ਲੱਗਦਾ ਹੈ ਇਸ ਵਾਰੀ ਜ਼ਰੂਰ ਮੈਨੂੰ ਪਰਮਾਤਮਾ ਜਵਾਬ ਦੇਗਾ ਕਿ ਮੇਰਾ ਇਹ ਬੱਚਾ ਹੈ, ਇਹਨੂੰ ਬਿਮਾਰੀ ਹੈ, ਕੈਂਸਰ ਹੈ ਇਹਨੂੰ। ਤੇ ਇੱਕ ਸਾਡੇ ਹੀ ਮਤਲਬ ਇੱਥੇ ਮਾਰਕ ਨਾਮ ਦਾ ਇੱਕ ਡਾਕਟਰ ਹੈ ਤੇ ਉਹ ਹੀ ਇਹਦਾ ਇਲਾਜ ਕਰ ਸਕਦਾ ਹੈ। ਲੇਕਿਨ ਉਹ ਜਿਹੜਾ ਡਾਕਟਰ ਮਾਰ ਕੇ ਉਹ ਕਿਸੇ ਗਰੀਬ ਦਾ ਇਲਾਜ ਨਹੀਂ ਕਰਦਾ, ਉਹ ਪੈਸੇ ਵਾਲਿਆਂ ਦਾ ਇਲਾਜ ਕਰਦਾ ਹੈ। ਤੇ ਮੈਂ ਤੇ ਉਹਦੇ ਤੱਕ ਪਹੁੰਚ ਹੀ ਨਹੀਂ ਸਕਦੀ। ਤੇ ਮੈਂ ਪਰਮਾਤਮਾ ਅੱਗੇ ਪ੍ਰਾਰਥਨਾ ਕਰ ਰਹੀ ਹਾਂ ਕਿ ਮੈਂ ਤੇ ਨਹੀਂ ਪਹੁੰਚ ਸਕਦੀ ਉਹਦੇ ਤੱਕ, ਲੇਕਿਨ ਪਰਮਾਤਮਾ ਚਾਹੇ ਤੇ ਉਹਨੂੰ ਮੇਰੇ ਤੱਕ ਪਹੁੰਚਾ ਸਕਦਾ ਹੈ। ਤੇ ਡਾਕਟਰ ਮਾਰਕ ਦੇ ਰੋਂਗਟੇ ਖੜੇ ਹੋ ਜਾਂਦੇ ਨੇ, ਕਿਉਂਕਿ ਉਹਨੂੰ ਪਤਾ ਮੈਂ ਹੀ ਡਾਕਟਰ ਮਾਰਕ ਹਾਂ। ਤੇ ਜਿਸ ਲਈ ਉਹ ਕਹਿੰਦੀ ਕਿ ਡਾਕਟਰ ਮਾਰਕ ਜਿਹੜਾ ਹੈ ਉਹ ਅਮੀਰਾਂ ਦਾ ਇਲਾਜ ਕਰਦਾ, ਗਰੀਬਾਂ ਦਾ ਇਲਾਜ ਹੀ ਨਹੀਂ ਕਰਦਾ। ਲੇਕਿਨ ਮੈਨੂੰ ਪੱਕਾ ਭਰੋਸਾ ਹੈ ਕਿ ਪਰਮਾਤਮਾ ਰਸਤਾ ਬਣਾਏਗਾ ਔਰ ਮੇਰਾ ਬੇਟਾ ਠੀਕ ਹੋ ਜਾਏਗਾ ਔਰ ਮੇਰੇ ਬੇਟੇ ਦਾ ਆਪਰੇਸ਼ਨ ਹੋ ਜਾਏਗਾ। ਤੇ ਡਾਕਟਰ ਮਾਰਕ ਜਿਹੜਾ ਹੈ ਉਹ ਬਹੁਤ ਹੈਰਾਨ ਹੋ ਜਾਂਦਾ ਹੈ ਕਿ ਉਹਨੂੰ ਸਾਰੀਆਂ ਗੱਲਾਂ ਯਾਦ ਆਉਣ ਲੱਗ ਜਾਂਦੀਆਂ ਨੇ ਕਿ ਕਿਸ ਤਰ੍ਹਾਂ ਮੇਰੀ ਫਲਾਈਟ ਐਮਰਜੈਂਸੀ ਲੈਂਡਿੰਗ ਹੋਈ, ਕਿਸ ਤਰ੍ਹਾਂ ਮੈਂ ਗੱਡੀ ਲਈ, ਕਿਸ ਤਰ੍ਹਾਂ ਰਸਤੇ 'ਚ ਤੂਫਾਨ ਆਇਆ, ਮੈਂ ਰਸਤਾ ਭਟਕਿਆ ਔਰ ਮੈਂ ਇਹਦੇ ਕੋਲ ਪਹੁੰਚ ਗਿਆ। ਤੇ ਉਹ ਬਹੁਤ ਹੈਰਾਨ ਹੁੰਦਾ, ਉਹਦੀਆਂ ਅੱਖਾਂ 'ਚ ਆਂਸੂ ਆ ਜਾਂਦੇ ਨੇ। ਉਹਨੂੰ ਪਰਮਾਤਮਾ ਤੇ ਭਰੋਸਾ ਹੋ ਜਾਂਦਾ ਹੈ ਕਿ ਇੰਜ ਪਰਮਾਤਮਾ ਕਰਦਾ ਹੈ, ਇੰਜ ਪਰਮਾਤਮਾ ਆਪਣੇ ਜਿਹੜੇ ਉਹਦੇ ਭਗਤ ਨੇ, ਜਿਹੜਾ ਉਹਦਾ ਨਾਮ ਲੈਂਦੇ ਨੇ, ਉਹਨਾਂ ਦਾ ਭਰੋਸਾ ਇੰਜ ਪੂਰਾ ਕਰਦਾ ਹੈ। ਤੇ ਉਹਨੂੰ ਬਹੁਤ ਹੈਰਾਨੀ ਹੁੰਦੀ ਤੇ ਉਹ ਔਰਤ ਨੂੰ ਕਹਿੰਦਾ ਮੈਂ ਹੀ ਡਾਕਟਰ ਮਾਰਕ ਹਾਂ ਔਰ ਤੂੰ ਮੇਰੀਆਂ ਅੱਖਾਂ ਖੋਲ ਦਿੱਤੀਆਂ। ਅੱਜ ਮੈਨੂੰ ਇਹ ਪਤਾ ਚੱਲਿਆ ਕਿ ਪਰਮਾਤਮਾ ਹੈ ਤੇ ਤੂੰ ਚਿੰਤਾ ਨਹੀਂ ਕਰ, ਮੈਂ ਤੇਰੇ ਬੇਟੇ ਦਾ ਆਪਰੇਸ਼ਨ ਕਰਾਂਗਾ। ਔਰ ਉਸ ਦਿਨ ਤੋਂ ਬਾਅਦ ਉਹਦੀ ਜ਼ਿੰਦਗੀ ਬਦਲ ਗਈ ਡਾਕਟਰ ਮਾਰਕ ਦੀ। ਪਰਮਾਤਮਾ ਤੇ ਭਰੋਸਾ ਹੋ ਗਿਆ ਔਰ ਉਹਨੇ ਉਸ ਬੱਚੇ ਦਾ ਆਪਰੇਸ਼ਨ ਕੀਤਾ ਔਰ ਉਹਨੇ ਇਹ ਮਨ ਵਿੱਚ ਨਿਯਮ ਬਣਾ ਲਿਆ ਕਿ ਮੈਂ ਹੁਣ ਗਰੀਬਾਂ ਦਾ ਇਲਾਜ ਕਰਨਾ ਫ੍ਰੀ ਵਿੱਚ। ਤੇ ਇਹ ਸਟੋਰੀ YouTube ਤੇ ਤੁਹਾਨੂੰ ਮਿਲ ਜਾਏਗੀ। ਤੇ ਇੱਕ ਮਾਂ ਦੇ ਭਰੋਸੇ ਨੇ ਕਿਸ ਤਰ੍ਹਾਂ ਆਪਣੇ ਬੱਚੇ ਦੀ ਜਾਨ ਬਚਾਈ। ਤੇ ਸਾਨੂੰ ਜਿਸ ਵੇਲੇ ਪਰਮਾਤਮਾ ਤੇ ਭਰੋਸਾ ਨਹੀਂ ਹੁੰਦਾ ਨਾ, ਤੇ ਸਾਰੀ ਗਿਣਤੀ ਉਲਟੀ ਹੋ ਜਾਂਦੀ ਹੈ। ਤੇ ਜੇ ਅਸੀਂ ਪਰਮਾਤਮਾ ਤੇ ਗੁਰੂ ਤੇ ਭਰੋਸਾ ਰੱਖੀਏ ਤੇ ਫਿਰ ਸਭ ਕੁਝ ਸਹੀ ਹੋਣ ਲੱਗ ਜਾਂਦਾ। ਹੁਣ ਅਸੀਂ ਇਹ ਦੇਖਣਾ ਹੈ ਕਿ ਜਿਹੜੀ ਇਹ ਵਿਸ਼ਵਾਸ ਦੀ, ਭਰੋਸੇ ਦੀ ਊਰਜਾ ਹੈ, ਉਹ ਸਾਡੀ ਕਿਸ ਤਰ੍ਹਾਂ ਦੀ ਹੈ। ਕਿੰਨਾ ਗੱਲਾਂ ਤੇ ਅਸੀਂ ਭਰੋਸਾ ਕਰ ਰਹੇ ਹਾਂ, ਕਿ ਅਸੀਂ ਗਲਤ ਗੱਲਾਂ ਤੇ ਭਰੋਸਾ ਕਰ ਰਹੇ ਹਾਂ, ਗਲਤ ਗੱਲਾਂ ਪਕੜ ਕੇ ਬੈਠੇ ਹਾਂ ਕਿ ਇੰਜ ਹੀ ਹੋਏਗਾ ਤੇ ਗਲਤ ਹੋਏਗਾ, ਜਾਂ ਅਸੀਂ ਸਹੀ ਆਪਣੀ ਊਰਜਾ ਨੂੰ ਚੈਨਲ ਕਰ ਰਹੇ ਹਾਂ। ਤੇ ਵਿਸ਼ਵਾਸ ਦੀ ਬਹੁਤ ਮਹਾਨ ਊਰਜਾ ਹੈ ਤੇ ਅਧਿਆਤਮ ਵਿੱਚ ਵੀ ਇਹੀ ਊਰਜਾ ਸਾਡੀ ਮਦਦ ਕਰਦੀ ਹੈ। ਸੋ ਇਹ ਮੈਂ ਸਾਇੰਟੀਫਿਕ ਰਿਸਰਚ ਔਰ ਗੁਰਬਾਣੀ ਚੋਂ ਜੋ ਵੀ ਕੜੀਆਂ ਜੁੜੀਆਂ ਮੈਂ ਤੁਹਾਡੇ ਨਾਲ ਸਾਂਝਾ ਕੀਤੀਆਂ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ, ਥੈਂਕ ਯੂ, ਥੈਂਕ ਯੂ। ਥੈਂਕ ਯੂ, ਥੈਂਕ ਯੂ, ਥੈਂਕ ਯੂ।